ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਧੰਨ ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਧੰਨ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪੰਜਵਾ। ਮਨ ਧਰ ਤਰ ਬੇਹਰ ਨਾਮ ਨੋ, ਸਾਗਰ ਲਹਿਰ ਸੰਸਾਰ। ਗੁਰ ਬੋਹਿਥ ਪਾਰ ਗਰਾਮ ਨੋ, ਮਨ ਧਰ ਤਰ ਬੇਹਰ ਨਾਮ ਨੋ, ਸਾਗਰ ਲਹਿਰ ਸੰਸਾਰ। ਗੁਰ ਬੋਹਿਥ ਪਾਰ ਗਰਾਮ ਨੋ ਰਹਾਉ। ਪਰਮ ਸਨਮਾਨਯੋਗ ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਜ਼ਹਰਾ ਜ਼ਹੂਰ, ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ੋਭਾਇਮਾਨ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਆਪ ਸਰਬੱਤ ਸੰਗਤਾਂ, ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਹਾਜ਼ਰੀਆਂ ਭਰ ਕੇ ਗਰੀਬ ਨਵਾਜ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਉਦਮ ਉਪਰਾਲਾ ਆਪ ਕਰ ਰਹੇ ਹੋ। ਫਤਿਹ ਟੀਵੀ ਦੇ ਮਾਧਿਅਮ ਰਾਹੀਂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਦੇ ਅਧੀਨ ਅੱਜ ਦੇ ਇਹ ਪਾਵਨ ਪਵਿੱਤਰ ਸ਼ਬਦ ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਇਹ ਪਾਵਨ ਪਵਿੱਤਰ ਮਹਾਵਾਕ ਰਾਗ ਗੌੜੀ ਦੇ ਅੰਦਰ ਪਾਤਸ਼ਾਹ ਜੀਆਂ ਨੇ ਇਹ ਬਚਨ ਫਰਮਾਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ 210 ਅੰਗ ਤੇ ਇਹ ਸ਼ਬਦ ਸ਼ੋਭਾਇਮਾਨ ਹੈ। ਬਹੁਤ ਹੀ ਪਿਆਰ ਸ਼ਰਧਾ ਸਤਿਕਾਰ ਸਹਿਤ ਆਪ ਸਾਰੀਆਂ ਗੁਰੂ ਸੰਗਤਾਂ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਹਾਜ਼ਰ ਹੋਏ ਹੋ। ਪ੍ਰੇਮ ਸਤਿਕਾਰ ਸਾਹਿਤ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪਾਂ ਓਟ ਆਸਰਾ ਲਈਏ ਔਰ ਗਰੀਬ ਨਵਾਜ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਕਿਉਂਕਿ ਰਹਿਤਨਾਮਿਆਂ ਦੇ ਵਿੱਚ ਹਜ਼ੂਰ ਦਾ ਇਹ ਪਾਵਨ ਬਚਨ ਜੋ ਗੁਰਸਿੱਖਾਂ ਨੇ ਦਰਜ ਕੀਤਾ ਹੈ ਉਹ ਇਹੋ ਹੀ ਹੈ ਕਿ ਜਦੋਂ ਵੀ ਦੋ ਗੁਰਸਿੱਖ ਵੀ ਆਪਸ ਦੇ ਵਿੱਚ ਮਿਲਣ
ਤੇ ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਸ ਦੇ ਵਿੱਚ ਮਿਲ ਕੇ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਇਹ ਫਤਿਹ ਦੀ ਸਾਂਝ ਨੂੰ ਕਮਾਉਣ। ਸੋ ਹਰੇਕ ਸਟੇਜ ਦਾ ਬੁਲਾਰੇ ਦਾ ਇਹ ਅਸੂਲ ਹੈ ਕਿ ਉਹ ਗੁਰੂ ਕੀਆਂ ਸੰਗਤਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਜੋ ਹੈ ਉਹ ਅਰਜ ਕਰਦਾ ਹੈ, ਤੇ ਸੰਗਤਾਂ ਵੀ ਅੱਗੋਂ ਗੱਜ ਵੱਜ ਕੇ ਉਸ ਪਾਵਨ ਪਵਿੱਤਰ ਫਤਿਹ ਦਾ ਜਵਾਬ ਫਤਿਹ ਵਿੱਚ ਦਿੰਦੀਆਂ ਨੇ। ਸੋ ਮਹਾਰਾਜ ਜੀਆਂ ਦੇ ਚਰਨਾਂ ਦਾ ਓਟ ਆਸਰਾ ਲਈਏ। ਗੁਰਬਾਣੀ ਦੀ ਪਾਵਨ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਪ੍ਰੇਮ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਮਹੱਲਾ ਪੰਜਵਾ। ਮਨ ਧਰ ਤਰਬੇ ਹਰ ਨਾਮ ਨੂੰ। ਇਹ ਪਾਵਨ ਪਵਿੱਤਰ ਸ਼ਬਦ ਗੌੜੀ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਜੀ ਫਰਮਾ ਰਹੇ ਨੇ ਕਿ ਹੇ ਮਨਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਓਟ ਆਸਰਾ ਲੈ। ਕਿਉਂਕਿ ਵਾਹਿਗੁਰੂ ਜੀ ਦੇ ਨਾਮ ਦਾ ਤੂੰ ਓਟ ਆਸਰਾ ਲਵੇਂਗਾ ਤੇ ਇਸ ਭਵ ਸਾਗਰ ਤੋਂ ਪਾਰ ਹੋ ਜਾਵੇਂਗਾ। ਵਾਹਿਗੁਰੂ ਜੀ ਦੇ ਨਾਮ ਦਾ ਓਟ ਆਸਰਾ ਐਸਾ ਸਮਰੱਥ ਹੈ ਕਿ ਉਹ ਤੈਨੂੰ ਇਸ ਸੰਸਾਰ ਸਾਗਰ ਤੋਂ ਤਾਰ ਦੇਵੇਗਾ। ਸੰਸਾਰ ਸਾਗਰ ਤੋਂ ਪਾਰ ਲੰਘਣ ਵਾਸਤੇ ਵਾਹਿਗੁਰੂ ਜੀ ਦੇ ਨਾਮ ਦਾ ਸਹਾਰਾ ਲੈ। ਤੋ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਕਿੱਡਾ ਕੁ ਬਲਵਾਨ ਹੈ, ਕਿੱਡਾ ਕੁ ਮਹਾਰਾਜ ਜੀਆਂ ਦੇ ਨਾਮ ਦਾ ਆਸਰਾ ਜੋ ਹੈ ਉਹ ਜੀਵ ਵਾਸਤੇ ਸਹਾਇਤਾ ਪ੍ਰਦਾਨ ਕਰਦਾ ਹੈ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਆਪਾਂ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਜਿੱਥੇ ਮਹਾਰਾਜ ਸਾਡੇ ਤੇ ਕਿਰਪਾ ਕਰਦਿਆਂ ਇਹ ਦੱਸਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਉਹ ਜੀਵ ਦੇ ਵਾਸਤੇ ਕਿਸ ਤਰ੍ਹਾਂ ਸਹਾਈ ਹੁੰਦਾ ਹੈ। ਹਜ਼ੂਰ ਫਰਮਾਉਂਦੇ ਨੇ, ਮਹਾਰਾਜ ਕਹਿੰਦੇ ਐਸੋ ਸਹਾਈ ਹਰ ਕੋ ਨਾਮ। ਵਾਹਿਗੁਰੂ ਜੀ ਦਾ ਨਾਮ ਇਸ ਤਰ੍ਹਾਂ ਸਹਾਇਤਾ ਕਰਦਾ ਹੈ ਇਸ ਜੀਵ ਦੀ। ਬੂਢਤ ਕੋ ਜੈਸੇ ਬੇੜੀ ਮਿਲਤ। ਜਿਸ ਤਰ੍ਹਾਂ ਕਿ ਕੋਈ ਬੰਦਾ ਪਾਣੀ ਦੇ ਵਿੱਚ ਡੁੱਬਦਾ ਜਾ ਰਿਹਾ ਹੋਵੇ, ਜਿਸ ਤਰ੍ਹਾਂ ਕਿ ਕੋਈ ਬੰਦਾ ਪਾਣੀ ਦੇ ਵਿੱਚ ਡੁੱਬਦਾ ਜਾ ਰਿਹਾ ਹੋਵੇ, ਕਿਸੇ ਨਦੀ ਦੇ ਵਿੱਚ ਡੁੱਬਦਾ ਜਾ ਰਿਹਾ ਹੋਵੇ, ਡੁੱਬਦੇ ਜਾ ਰਹੇ ਉਸ ਜੀਵ ਨੂੰ ਅਚਾਨਕ ਬੇੜੀ ਦਾ ਸਹਾਰਾ ਮਿਲ ਜਾਵੇ, ਅਚਾਨਕ ਉਹ ਜੀਵ ਨੂੰ ਬੇੜੀ ਕਿਸ਼ਤੀ ਪ੍ਰਾਪਤ ਹੋ ਜਾਵੇ ਤਾਂ ਉਸ ਬੇੜੀ ਦੇ ਉੱਪਰ ਅਸਵਾਰ ਹੋ ਕੇ ਆਪਣੇ ਪ੍ਰਾਣਾਂ ਦੀ ਰੱਖਿਆ ਕਰ ਲੈਂਦਾ ਹੈ, ਆਪਣੇ ਪ੍ਰਾਣ ਬਚਾ ਲੈਂਦਾ ਹੈ। ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਭਲਿਆ ਤੇਰੇ ਵਾਸਤੇ ਇਸ ਤਰ੍ਹਾਂ ਸਹਾਈ ਹੈ, ਜਿਸ ਤਰ੍ਹਾਂ ਕਿ ਡੁੱਬਦੇ ਹੋਏ ਵਾਸਤੇ ਬੇੜੀ ਦਾ ਸਹਾਈ ਬਣ ਜਾਂਦਾ ਹੈ। ਤਾਂ ਪਾਤਸ਼ਾਹ ਕਹਿੰਦੇ ਬੂਢਤ ਦੀਪਕ ਮਿਲਤ ਤਿਲਤ। ਜਿੱਦਾਂ ਕਿ ਹੁਣ ਦੀਵਾ ਬੁਝ ਰਿਹਾ ਹੈ, ਬੁਝਦੇ ਹੋਏ ਦੀਵੇ ਦੇ ਵਿੱਚ ਤੇਲ ਪੈ ਜਾਵੇ ਤੇ ਬੁਝਦਾ ਹੋਇਆ ਦੀਵਾ ਜਦੋਂ ਉਹਦੇ ਵਿੱਚ ਤੇਲ ਪੈ ਜਾਂਦਾ ਹੈ ਤੇ ਉਹ ਦੁਬਾਰਾ ਜਗਣ ਲੱਗ ਪੈਂਦਾ ਹੈ। ਦੁਬਾਰਾ ਉਹਦੇ ਵਿੱਚ ਜਗਣ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ। ਉਹਦੇ ਵਿੱਚ ਪਿਆ ਹੋਇਆ ਤੇਲ ਦੁਬਾਰਾ ਉਸ ਨੂੰ ਜੀਵਨ ਦੇ ਦਿੰਦਾ ਹੈ, ਭਾਵ ਦੀਵਾ ਜਿਹੜਾ ਇਹ ਦੁਬਾਰਾ ਜਗਣ ਲੱਗ ਪੈਂਦਾ ਹੈ, ਪ੍ਰਕਾਸ਼ ਦੇਣ ਲੱਗ ਪੈਂਦਾ ਹੈ। ਮਹਾਰਾਜ ਕਹਿੰਦੇ ਡੁੱਬਦੇ ਵਾਸਤੇ ਜਿਵੇਂ ਬੇੜੀ ਦਾ ਸਹਾਰਾ, ਬੁਝਦੇ ਹੋਏ ਦੀਪਕ ਵਾਸਤੇ ਜਿਵੇਂ ਤੇਲ ਦਾ ਸਹਾਰਾ ਹੈ। ਪਾਤਸ਼ਾਹ ਕਹਿੰਦੇ ਕਿ ਕੋਈ ਬੰਦਾ ਅਗਨੀ ਦੇ ਵਿੱਚ ਸੜ ਰਿਹਾ ਹੋਵੇ ਜਾਂ ਕਿਸੇ ਥਾਂ ਤੇ ਫਰਜ਼ ਕਰੋ ਅੱਗ ਲੱਗ ਗਈ ਹੋਵੇ ਤੇ ਉਸ ਲੱਗੀ ਹੋਈ ਅੱਗ ਨੂੰ ਬੁਝਾਉਣ ਵਾਸਤੇ, ਜਿਸ ਤਰ੍ਹਾਂ ਅੱਜ ਕੱਲ੍ਹ ਆਪਾਂ ਫਾਇਰ ਬ੍ਰਿਗੇਡ ਆਦਿਕ ਵੇਖਦੇ ਹਾਂ, ਫਾਇਰ ਬ੍ਰਿਗੇਡ ਦੇ ਲੋਕ ਆ ਕੇ ਤੇ ਉਸ ਅਗਨੀ ਦੇ ਉੱਪਰ ਪਾਣੀ ਪਾਉਂਦੇ ਨੇ ਤੇ ਪਾਣੀ ਦੇ ਮਿਲਦਿਆਂ ਹੀ ਉਹ ਬਲਦੀ ਹੋਈ ਅਗਨ, ਚਾਹੇ ਉਹ ਕਿਤੇ ਵੀ ਲੱਗੀ ਹੋਈ ਹੋਵੇ, ਬਲਦੀ ਹੋਈ ਅਗਨ ਜਿਹੜੀ ਹੈ ਉਹ ਸ਼ਾਂਤ ਹੋ ਜਾਂਦੀ ਹੈ। ਜਿਸ ਤਰ੍ਹਾਂ ਬਲਦੀ ਹੋਈ ਅੱਗ ਨੂੰ ਨੀਰ ਸ਼ਾਂਤ ਕਰ ਦਿੰਦਾ ਹੈ। ਕਿਸੇ ਥਾਂ ਤੇ ਅੱਗ ਲੱਗੀ ਹੋਵੇ ਤੇ ਉਹ ਪਾਣੀ ਬੁਝਾ ਦਿੰਦਾ ਹੈ, ਕਿਸੇ ਮਨੁੱਖ ਨੂੰ ਅੱਗ ਲੱਗੀ ਹੋਵੇ ਉਹ ਵੀ ਪਾਣੀ ਬੁਝਾ ਦਿੰਦਾ ਹੈ। ਮਹਾਰਾਜ ਕਹਿੰਦੇ ਜਲਦੇ ਹੋਏ ਵਾਸਤੇ ਜਿਸ ਤਰ੍ਹਾਂ ਨੀਰ ਜਿਹੜਾ ਸਹਾਇਤਾ ਕਰਦਾ ਹੈ, ਤੇ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਜੈਸੇ ਬਾਰਕ ਮੁਖ ਹੈ ਖੀਰ, ਕਿ ਜਿਸ ਤਰ੍ਹਾਂ ਬਾਲਕ ਨੂੰ ਭੁੱਖ ਲੱਗੀ ਹੋਵੇ, ਬੱਚੇ ਨੂੰ ਭੁੱਖ ਲੱਗੀ ਹੋਵੇ ਤੇ ਬੱਚੇ ਨੂੰ ਉਸ ਵੇਲੇ ਦੁੱਧ ਦੀ ਪ੍ਰਾਪਤੀ ਹੋ ਜਾਵੇ, ਉਹਦੇ ਮੁਖ ਦੇ ਵਿੱਚ ਦੁੱਧ ਪੈ ਜਾਵੇ ਤੇ ਉਸ ਨੂੰ ਸ਼ਾਂਤੀ ਹੋ ਜਾਂਦੀ ਹੈ, ਉਸ ਦਾ ਜੀਵਨ ਜਿਹੜਾ ਹੈ ਉਹ ਸੁਖਦਾਈ ਉਸ ਨੂੰ ਲੱਗਣ ਲੱਗ ਪੈਂਦਾ ਹੈ, ਭੁੱਖ ਦੇ ਦੁੱਖ ਤੋਂ ਉਸ ਦਾ ਛੁਟਕਾਰਾ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੇ ਵੇਖ ਇਸ ਤਰ੍ਹਾਂ ਜਿਸ ਤਰ੍ਹਾਂ ਬੱਚੇ ਨੂੰ, ਭੁੱਖੇ ਬੱਚੇ ਨੂੰ ਜਿਸ ਤਰ੍ਹਾਂ ਦੁੱਧ ਦਾ ਸਹਾਰਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਐ ਜੀਵ ਤੇਰੇ ਵਾਸਤੇ ਇਸ ਤਰ੍ਹਾਂ ਹੀ ਸਹਾਈ ਹੈ। ਹਜ਼ੂਰ ਕਹਿੰਦੇ ਜੈਸੇ ਰਣ ਮੈਂ ਸਖਾ ਪਰਾਤ,
ਕਿ ਜਿੱਦਾਂ ਕਿਤੇ ਲੜਾਈ ਹੋ ਜਾਵੇ, ਲੜਾਈ ਦੇ ਵਿੱਚ ਅਚਾਨਕ ਮਨੁੱਖ ਫਸ ਜਾਵੇ ਤੇ ਅਚਾਨਕ ਫਿਰ ਉਹਦੇ ਭਰਾ ਆ ਜਾਣ, ਉਹਦੇ ਮਿੱਤਰ ਆ ਜਾਣ, ਉਹ ਉਸ ਲੜਾਈ ਦੇ ਵਿੱਚੋਂ ਫਿਰ ਉਹਦੀ ਰੱਖਿਆ ਕਰਦੇ ਨੇ, ਉਸ ਦਾ ਹੌਸਲਾ ਦੁੱਗਣਾ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਚੱਲਦੇ ਹੋਏ ਯੁੱਧ ਦੇ ਵਿੱਚ ਆਪਣੇ ਭਰਾ, ਆਪਣੇ ਮਿੱਤਰ ਸਹਾਈ ਹੋਣ ਵਾਸਤੇ ਆ ਜਾਂਦੇ ਨੇ, ਇਦਾਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਇਸ ਜੀਵ ਦੇ ਵਾਸਤੇ ਸਹਾਈ ਹੈ। ਜੈਸੇ ਭੂਖੇ ਭੋਜਨ ਮਾਤ, ਹਜ਼ੂਰ ਕਹਿੰਦੇ ਇਦਾਂ ਸਹਾਈ ਹੈ ਵਾਹਿਗੁਰੂ ਜੀ ਦਾ ਨਾਮ, ਜਿੱਦਾਂ ਕਿਸੇ ਭੁੱਖੇ ਨੂੰ ਨਾ ਭੋਜਨ ਦੀ ਪ੍ਰਾਪਤੀ ਹੋ ਜਾਵੇ, ਜਿਸ ਤਰ੍ਹਾਂ ਕੋਈ ਬਹੁਤ ਭੁੱਖ ਦੇ ਨਾਲ ਵਿਲਕਦਾ ਹੋਵੇ ਤੇ ਉਸ ਨੂੰ ਭੋਜਨ ਦੀ ਪ੍ਰਾਪਤੀ ਹੋ ਜਾਵੇ, ਕਿਸੇ ਭੁੱਖੇ ਬੱਚੇ ਨੂੰ ਉਸ ਦੀ ਮਾਤਾ ਜਿਵੇਂ ਭੋਜਨ ਦੇ ਦੇਵੇ, ਇਸ ਤਰ੍ਹਾਂ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਇਸ ਜੀਵ ਦੇ ਵਾਸਤੇ ਸਹਾਈ ਹੈ। ਜੈਸੇ ਕਿਰਖ ਹੈ ਬਰਸ ਮੇਘ, ਪਾਤਸ਼ਾਹ ਕਹਿੰਦੇ ਕਿ ਜਿੱਦਾਂ ਜ਼ਿਮੀਂਦਾਰ ਨੇ ਖੇਤੀ ਬੀਜੀ ਹੈ, ਹੁਣ ਉਸ ਖੇਤੀ ਨੂੰ ਬੀਜਿਆ, ਅੱਜ ਤੇ ਚਲੋ 100 ਸਾਧਨ ਨੇ ਪਾਣੀ ਦੇ, ਤੋ ਪਾਣੀ ਨੂੰ ਅੱਜ ਮਨੁੱਖ ਬਿਸ਼ੱਕ ਦੀ ਸੰਭਾਲ ਨਹੀਂ ਰਿਹਾ, ਪਾਣੀ ਦੀ ਸੰਭਾਲ ਨਹੀਂ ਕਰ ਰਿਹਾ, ਪਾਣੀ ਨੂੰ ਗੰਧਲਾ ਕਰ ਰਿਹਾ ਹੈ, ਪਾਣੀ ਨੂੰ ਅਨੇਕਾਂ ਤਰ੍ਹਾਂ ਕਰਕੇ ਪਾਣੀ ਦਾ ਦੁਰਉਪਯੋਗ ਕਰ ਰਿਹਾ ਹੈ। ਤੇ ਇਹ ਪਾਣੀ, ਇਸ ਨੂੰ ਬਚਾਉਣ ਦੀ ਲੋੜ ਹੈ, ਵਾਤਾਵਰਣ ਨੂੰ ਸੰਭਾਲਣ ਦੀ ਲੋੜ ਹੈ, ਪਾਣੀ ਨੂੰ ਬਚਾਉਣ ਦੀ ਲੋੜ ਹੈ ਨਾ, ਕਿਉਂਕਿ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਵੀ ਬਚਨ ਹੈ, ਹਜ਼ੂਰ ਕਹਿੰਦੇ ਪਾਉਣ ਗੁਰੂ ਪਾਣੀ ਪਿਤਾ। ਤੋ ਇਸ ਨੂੰ ਮਹਾਰਾਜ ਜੀ ਨੇ ਜਿੱਥੇ ਐਸਾ ਇਹ ਉੱਤਮ ਦਰਜਾ ਬਖਸ਼ਿਸ਼ ਕੀਤਾ ਹੈ, ਤੇ ਗੁਰੂ ਕੇ ਪਿਆਰਿਓ ਇਸ ਪਾਣੀ ਨੂੰ ਸੰਭਾਲਣ ਦੀ ਲੋੜ ਹੈ। ਤੇ ਪੁਰਾਣੇ ਵੇਲਿਆਂ ਦੇ ਵਿੱਚ ਕੀ ਹੁੰਦਾ ਸੀ ਵੀ ਸਾਰਾ ਕੁਝ ਜਿਹੜਾ ਹੈ ਉਹ ਬੱਦਲਾਂ ਦੇ ਉੱਪਰ ਹੀ, ਖੇਤੀ ਸਾਰੀ ਬੱਦਲਾਂ ਦੇ ਉੱਪਰ ਹੁੰਦੀ ਸੀ। ਜ਼ਿਮੀਂਦਾਰ ਨੇ ਖੇਤ ਬੀਜ ਦੇਣਾ ਤੇ ਖੇਤ ਬੀਜਣ ਤੋਂ ਬਾਅਦ ਫਿਰ ਮੀਂਹ ਦੀ ਉਡੀਕ ਕਰਨੀ ਕਿ ਬਾਰਿਸ਼ ਪਵੇ ਤੇ ਫਸਲ ਹੋਵੇਗੀ। ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਬੀਜੀ ਹੋਈ ਕਿਰਸਾਨੀ ਦੇ ਵਾਸਤੇ, ਕੀਤੀ ਹੋਈ ਖੇਤੀ ਦੇ ਵਾਸਤੇ, ਕਹਿੰਦੇ ਕਿ ਭਲਿਆ ਮੇਘ ਬਰਸਦਾ ਹੈ ਤੇ ਬਰਸਿਆ ਹੋਇਆ ਮੇਘ ਉਸ ਖੇਤੀ ਨੂੰ ਪ੍ਰਫੁੱਲਤ ਕਰ ਦਿੰਦਾ ਹੈ। ਜੇ ਖੇਤੀ ਸੁੱਕਦੀ ਜਾਂਦੀ ਹੋਵੇ, ਅਚਾਨਕ ਉਹਦੇ ਉੱਪਰ ਬਾਰਿਸ਼ ਹੋ ਜਾਵੇ ਤੇ ਉਹ ਹਰੀ ਭਰੀ ਹੋ ਜਾਂਦੀ ਹੈ। ਇਦਾਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਇਸ ਜੀਵ ਵਾਸਤੇ ਸਹਾਈ ਹੈ। ਜੈਸੇ ਕਿਰਖ ਹੈ ਬਰਸ ਮੇਘ, ਮੇਘ ਤੋਂ ਭਾਵ ਬੱਦਲ, ਕਿ ਜਿਵੇਂ ਬੱਦਲ ਖੇਤੀ ਦੇ ਉੱਪਰ ਬਰਸ ਜਾਣ ਤੇ ਉਸ ਖੇਤੀ ਨੂੰ ਹਰਿਆ ਭਰਿਆ ਕਰ ਦਿੰਦੇ ਨੇ। ਜੈਸੇ ਪਾਲਨ ਸਰਨ ਸਿੰਘ, ਵਾਹਿਗੁਰੂ ਜੀ ਦਾ ਨਾਮ ਏਦਾਂ ਸਹਾਈ ਹੁੰਦਾ ਹੈ, ਜਿਸ ਤਰ੍ਹਾਂ ਕਿ ਕੋਈ ਅਨਾਥ ਹੈ, ਉਹਦਾ ਕੋਈ ਸਹਾਰਾ ਨਹੀਂ ਹੈ, ਉਸ ਨੂੰ ਕਿਸੇ ਪਾਸੇ ਕੋਈ ਟਿਕਾਣਾ ਨਹੀਂ ਮਿਲਦਾ, ਸਾਰੇ ਉਹਦੇ ਦੁਸ਼ਮਣ ਬਣ ਗਏ, ਵੈਰੀ ਬਣ ਗਏ, ਤੇ ਉਹ ਕਿਸੇ ਬਹਾਦਰ ਦੀ, ਕਿਸੇ ਯੋਧੇ ਸੂਰਬੀਰ ਦੀ ਸ਼ਰਨ ਲੈ ਲਵੇ ਤੇ ਉਹ ਸੂਰਬੀਰ ਯੋਧਾ ਉਸ ਨੂੰ ਆਪਣੀ ਸ਼ਰਨ ਦੇ ਵਿੱਚ ਲੈ ਕੇ ਤੇ ਆਖੇ ਵੀ ਹੁਣ ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਜਿਵੇਂ ਉਸ ਅਨਾਥ ਨੂੰ ਬਹਾਦਰ ਯੋਧੇ ਸੂਰਮੇ ਦੀ ਸ਼ਰਨ ਦਾ ਸਹਾਰਾ ਹੋ ਗਿਆ, ਇਦਾਂ ਵਾਹਿਗੁਰੂ ਜੀ ਦਾ ਨਾਮ ਤੇਰੇ ਵਾਸਤੇ ਸਹਾਈ ਹੈ। ਜਿਵੇਂ ਕਸ਼ਮੀਰੀ ਪੰਡਤਾਂ ਦੇ ਵਾਸਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਉਹਨਾਂ ਵਾਸਤੇ ਸਹਾਈ ਸਾਬਤ ਹੋਈ, ਜਦੋਂ ਕਿ ਹਰ ਪਾਸੇ ਉਹਨਾਂ ਤੇ ਜ਼ੁਲਮੋ ਤਸ਼ੱਦਦ ਦਾ ਦੌਰ ਵਰਤ ਰਿਹਾ ਸੀ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੀ ਬਾਹ ਫੜੀ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਉਹ ਆਏ, ਉਹਨਾਂ ਦਾ ਧਰਮ ਮਹਾਰਾਜ ਜੀ ਨੇ ਬਚਾਇਆ। ਸਤਿਗੁਰੂ ਗਰੀਬ ਨਵਾਜ ਇਹ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਕੋਈ ਸੂਰਬੀਰ ਦੀ ਸ਼ਰਨ ਦੇ ਵਿੱਚ ਚਲਿਆ ਜਾਵੇ ਤੇ ਉਹ ਉਸ ਦੀ ਪ੍ਰਤਿਪਾਲਨਾ ਕਰਦਾ ਹੈ, ਉਸ ਦੇ ਪ੍ਰਾਣਾਂ ਦੀ ਪਾਲਣਾ ਕਰਦਾ ਹੈ, ਤੇ ਅਨਾਥ ਵਾਸਤੇ ਕਿਸੇ ਸੂਰਬੀਰ ਯੋਧੇ ਦੀ ਸ਼ਰਨ ਜਿਹੜੀ ਹੈ ਉਹ ਜੀਵਨਦਾਈ ਸੁਖਦਾਈ ਸਾਬਤ ਹੁੰਦੀ ਹੈ। ਇਦਾਂ ਹੀ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਇਹ ਭਲਿਆ ਤੇਰੇ ਵਾਸਤੇ ਇਦਾਂ ਹੀ ਸਹਾਰਾ ਹੈ। ਅੱਜ ਦਾ ਇਹ ਬਚਨ ਨਾ ਹਜ਼ੂਰ ਕਹਿ ਰਹੇ ਮਨ ਧਰ ਤਰਬੇ ਹਰ ਨਾਮ ਨੂੰ, ਕਿ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਲੈ, ਸਹਾਰਾ ਲੈ, ਕਿਉਂਕਿ ਉਹ ਵਾਹਿਗੁਰੂ ਜੀ ਦੇ ਨਾਮ ਦਾ ਸਹਾਰਾ ਐਸਾ ਹੈ। ਜੈਸੇ ਪਾਲਨ ਸਰਨ ਸਿੰਘ, ਜਿਵੇਂ ਕਿਸੇ ਯੋਧੇ ਦੀ ਸ਼ਰਨ ਦੇ ਵਿੱਚ ਜਾ ਕੇ ਕਿਸੇ ਅਨਾਥ ਨੂੰ ਸਹਾਰਾ ਮਿਲਦਾ ਹੈ। ਗਰੜ ਮੁਖ ਨਹੀਂ ਸਰਪ ਤਰਾਸ, ਇੱਕ ਮੰਤਰ ਹੁੰਦਾ ਹੈ ਜਿਸ ਨੂੰ ਗਾਰੜੀ ਮੰਤਰ ਕਿਹਾ ਜਾਂਦਾ ਹੈ। ਉਹ ਗਾਰੜੀ ਮੰਤਰ ਬਾਰੇ ਐਸਾ ਆਖਿਆ ਜਾਂਦਾ ਹੈ, ਕਿਉਂਕਿ ਸਾਧ ਸੰਗਤ ਵੈਸੇ ਤੇ ਗੁਰਸਿੱਖ ਵਾਸਤੇ ਸਾਰਿਆਂ ਮੰਤਰਾਂ ਤੋਂ ਉੱਚਾ ਤੇ ਸ੍ਰੇਸ਼ਟ ਮੰਤਰ ਗੁਰ ਮੰਤਰ ਹੈ। ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਇਹ ਮੂਲ ਮੰਤਰ ਹੈ, ਇਹ ਗੁਰ ਮੰਤਰ ਹੈ, ਵਾਹਿਗੁਰੂ ਮੰਤਰ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਪਰੰਤੂ ਇੱਕ ਆਖਿਆ ਜਾਂਦਾ ਵੀ ਇੱਕ ਮੰਤਰ ਹੈ ਗਾਰੜੀ ਮੰਤਰ, ਤੇ ਜਿਹੜਾ ਮਨੁੱਖ ਉਸ ਗਾਰੜੀ ਮੰਤਰ ਨੂੰ ਜਪਣ ਲੱਗ ਪਵੇ ਸੱਪ ਉਹਦੇ ਨੇੜੇ ਨਹੀਂ ਆਉਂਦੇ।
ਹਜ਼ੂਰ ਦੁਨੀਆ ਦੀ ਆਖੀ ਉਸ ਗੱਲ ਦਾ ਪ੍ਰਮਾਣ ਦਿੰਦੇ ਨੇ, ਇੱਕ ਉਦਾਹਰਣ ਦਿੰਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਗਾਰੁੜ ਮੁਖ ਨਹੀਂ ਸਰਪ ਤਰਾਸ। ਜਿੱਦਾਂ ਜਿਹਦੇ ਮੁਖ ਦੇ ਵਿੱਚ ਗਾਰੜੀ ਮੰਤਰ ਹੋਵੇ ਉਹਨੂੰ ਸੱਪਾਂ ਦਾ ਡਰ ਨਹੀਂ ਰਹਿੰਦਾ। ਜਿਸ ਤਰ੍ਹਾਂ ਉਹ ਗਾਰੜੀ ਮੰਤਰ ਦਾ ਸਹਾਰਾ ਉਹਦੇ ਵਾਸਤੇ ਬਣ ਜਾਂਦਾ ਹੈ ਸੁਖਦਾਈ। ਪਾਤਸ਼ਾਹ ਕਹਿੰਦੇ ਰੱਬ ਦਾ ਨਾਮ ਤੇਰੇ ਵਾਸਤੇ ਇਦਾਂ ਹੀ ਸਹਾਰਾ ਹੈ। ਸੂਆ ਪਿੰਜਰ ਨਹ ਖਾਏ ਬਿਲਾਸ। ਇੱਕ ਹੋਰ ਉਦਾਹਰਣ ਦਿੱਤੀ ਵੀ ਰੱਬ ਦਾ ਨਾਮ ਕਿਵੇਂ ਸਹਾਈ ਹੈ, ਪਰਮੇਸ਼ਰ ਦਾ ਨਾਮ ਕਿਵੇਂ ਤੇਰੇ ਵਾਸਤੇ ਆਸਰਾ ਹੈ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਆਸਰਾ ਹੈ ਭਾਈ ਵੀ ਜਿਵੇਂ ਕਿਸੇ ਨੇ ਤੋਤਾ ਪਾਲਿਆ, ਹੁਣ ਤੋਤੇ ਨੂੰ ਪਾਲਣ ਵਾਲਾ ਉਹ ਉਸ ਨੂੰ ਪਿੰਜਰੇ ਦੇ ਵਿੱਚ ਰੱਖਦਾ ਹੈ ਤੇ ਪਿੰਜਰੇ ਦੇ ਵਿੱਚ ਪਏ ਹੋਏ ਤੋਤੇ ਨੂੰ ਬਿੱਲਾ ਨਹੀਂ ਖਾ ਸਕਦਾ। ਪਿੰਜਰੇ ਦਾ ਆਸਰਾ ਹੈ ਤੋਤੇ ਨੂੰ, ਪਿੰਜਰੇ ਦੇ ਵਿੱਚ ਪਏ ਹੋਏ ਤੋਤੇ ਨੂੰ ਜਿਵੇਂ ਬਿੱਲਾ ਨਹੀਂ ਖਾ ਸਕਦਾ। ਪਾਤਸ਼ਾਹ ਕਹਿੰਦੇ ਇਦਾਂ ਹੀ ਵਾਹਿਗੁਰੂ ਜੀ ਦਾ ਨਾਮ ਤੇਰੇ ਲਈ ਸਹਾਈ ਹੈ, ਤੇਰੇ ਲਈ ਸਹਾਰਾ ਹੈ, ਤੇਰਾ ਆਸਰਾ। ਉਹ ਵੀ ਇਸੇ ਤਰ੍ਹਾਂ ਹੈ ਜਿਵੇਂ ਬਿੱਲੇ ਦੇ ਵਾਸਤੇ ਪਿੰਜਰਾ ਉਹਦਾ ਸਹਾਰਾ ਬਣ ਜਾਂਦਾ ਹੈ। ਜੈਸੋ ਆਂਡੋ ਹਿਰਦੇ ਮਾਹੇ। ਹਜ਼ੂਰ ਕਹਿੰਦੇ ਜਿੱਦਾਂ ਨਾ ਕੂੰਜਾਂ ਹੁੰਦੀਆਂ ਨੇ, ਕੂੰਜਾਂ, ਤੇ ਕੂੰਜਾਂ ਦਾ ਇੱਕ ਸੁਭਾਅ ਹੈ ਕਿ ਉਹ ਜਦੋਂ ਆਪਣੇ ਆਂਡੇ ਦੇ ਦਿੰਦੀਆਂ ਨੇ ਤੇ ਪ੍ਰਵਾਸ ਕਰਕੇ ਕਿਤੇ ਦੂਸਰੇ ਥਾਂ ਤੇ ਚਲੀਆਂ ਜਾਂਦੀਆਂ ਨੇ, ਉਹ ਆਪਣੇ ਮਨ ਦੇ ਵਿੱਚ ਉਹਨਾਂ ਆਂਡਿਆਂ ਨੂੰ ਚੇਤੇ ਰੱਖਦੀਆਂ ਨੇ, ਚਿਤਵਦੀਆਂ ਰਹਿੰਦੀਆਂ ਨੇ ਤੇ ਫਿਰ ਉਹ ਆਂਡੇ ਖਰਾਬ ਨਹੀਂ ਹੁੰਦੇ। ਪਾਤਸ਼ਾਹ ਦੀ ਬਾਣੀ ਨੇ ਕਈ ਥਾਵਾਂ ਤੇ ਇਹ ਪ੍ਰਮਾਣ ਦਿੱਤੇ, ਇਹ ਉਦਾਹਰਣਾਂ ਦਿੱਤੀਆਂ। ਹਜ਼ੂਰ ਨੇ ਆਖਿਆ ਕਿ ਊਡੇ ਊੜਿਆ ਵੈਸੈ ਕੋਸਾ ਤਿਸ ਪਾਛੇ ਬਚਰੇ ਛਰਿਆ। ਤਿਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ। ਪਾਤਸ਼ਾਹ ਕਹਿੰਦੇ ਵੀ ਵੇਖੋ ਉਹ ਕੂੰਜਾਂ ਕਿਤੇ ਆਂਡੇ ਦਿੰਦੀਆਂ ਨੇ, ਪ੍ਰਵਾਸ ਕਰਕੇ ਕਿਤੇ ਪਹੁੰਚ ਜਾਂਦੀਆਂ ਨੇ, ਪਰ ਉਹਨਾਂ ਦੇ ਮਨ ਅੰਦਰ ਆਪਣੇ ਆਂਡਿਆਂ ਦਾ ਉਹ ਚੇਤਾ ਰਹਿੰਦਾ ਹੈ, ਇਸ ਕਰਕੇ ਉਹ ਆਂਡੇ ਖਰਾਬ ਨਹੀਂ ਹੁੰਦੇ। ਹਜ਼ੂਰ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਤੇਰੇ ਲਈ ਇਦਾਂ ਹੀ ਸਹਾਰਾ, ਇਦਾਂ ਹੀ ਆਸਰਾ ਹੈ ਭਾਈ ਜਿਵੇਂ ਕੂੰਜ ਦੇ ਮਨ ਦੇ ਵਿੱਚ ਵਸੇ ਹੋਏ ਉਹਦੇ ਆਂਡਿਆਂ ਨੂੰ ਸਹਾਰਾ ਮਿਲਦਾ ਹੈ। ਜੈਸੋ ਦਾਨੋ ਚੱਕੀ ਦਰਾਹੇ। ਚੱਕੀ ਦੇ ਵਿੱਚ ਜਦੋਂ ਦਾਣੇ ਪੀਸੇ ਜਾਂਦੇ ਨੇ ਨਾ, ਤੇ ਚੱਕੀ ਦੇ ਪੁੜਾਂ ਦੇ ਵਿਚਾਲੇ ਇੱਕ ਕਿੱਲੀ ਲੱਗੀ ਹੁੰਦੀ ਹੈ, ਤੇ ਜਿਹੜੇ ਦਾਣੇ ਉਸ ਕਿੱਲੀ ਦੇ ਨਾਲ ਆਣ ਲੱਗਦੇ ਨੇ ਉਹ ਫਿਰ ਦਰੜੇ ਨਹੀਂ ਜਾਂਦੇ, ਉਹ ਬਚ ਜਾਂਦੇ ਨੇ, ਉਹ ਫਿਰ ਰਗੜਨ ਤੋਂ ਬਚ ਜਾਂਦੇ ਨੇ, ਉਹ ਫਿਰ ਮੈਦਾ ਹੋਣ ਤੋਂ, ਆਟਾ ਹੋਣ ਤੋਂ ਬਚ ਜਾਂਦੇ ਨੇ, ਪੀਸਣ ਤੋਂ ਬਚ ਜਾਂਦੇ ਨੇ। ਉਹ ਦਾਣੇ ਉਸੇ ਤਰ੍ਹਾਂ ਸਾਬਤ ਰਹਿ ਜਾਂਦੇ ਨੇ ਜਿਹੜੇ ਦਾਣੇ ਕਿੱਲੀ ਦੇ ਨਾਲ ਆਣ ਕੇ ਲੱਗ ਗਏ। ਪਾਤਸ਼ਾਹ ਕਹਿੰਦੇ ਵੀ ਜਿਵੇਂ ਚੱਲਦੀ ਹੋਈ ਚੱਕੀ ਦੇ ਵਿੱਚ ਕਿੱਲੀ ਦਾ ਸਹਾਰਾ ਜਿਹੜੇ ਦਾਣਿਆਂ ਨੇ ਲਿਆ ਉਹ ਬਚ ਗਏ, ਉਹ ਭਲਿਆ ਤੇਰੇ ਵਾਸਤੇ ਰੱਬ ਦਾ ਨਾਮ ਇਸੇ ਤਰ੍ਹਾਂ ਸਹਾਰਾ ਹੈ, ਤੇਰੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇਸੇ ਤਰ੍ਹਾਂ ਹੀ ਸਹਾਇਕ ਹੈ। ਉਹ ਆਸਰਾ ਤੇਰੇ ਲਈ ਇਦਾਂ ਹੀ ਹੈ ਜਿਵੇਂ ਚੱਕੀ ਦੇ ਵਿੱਚ ਪਏ ਹੋਏ ਦਾਣਿਆਂ ਲਈ ਕਿੱਲੀ ਦਾ ਸਹਾਰਾ ਬਣ ਜਾਂਦਾ। ਤਾਂ ਸੱਚੇ ਪਾਤਸ਼ਾਹ ਕਹਿੰਦੇ ਕਿ ਬਹੁਤ ਉਪਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ, ਬਹੁਤ ਉਪਮਾ ਥੋਰ ਕਹੀ। ਉਪਮਾ ਤੇ ਬਹੁਤ ਵੱਡੀ ਹੈ, ਕਹਿੰਦੇ ਅਸੀਂ ਜੇ ਦੱਸਣ ਲੱਗੀਏ ਤੇ ਬਹੁਤ ਜ਼ਿਆਦਾ ਉਪਮਾ ਹੈ ਪਰਮੇਸ਼ਰ ਦੇ ਨਾਮ ਦੀ ਕਿ ਵਾਹਿਗੁਰੂ ਦੇ ਨਾਮ ਦਾ ਸਹਾਰਾ ਕਿੱਡਾ ਵੱਡਾ ਹੈ। ਮਨ ਧਰ ਤਰਬੇ ਹਰ ਨਾਮ ਨੂੰ, ਪਰਮੇਸ਼ਰ ਦੇ ਨਾਮ ਦਾ ਆਸਰਾ ਲੈ। ਸ਼੍ਰੀ ਸੁਖਮਨੀ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਆਪਾਂ ਗਰੀਬ ਨਵਾਜ ਜੀਆਂ ਦਾ ਇੱਕ ਪਾਵਨ ਪਵਿੱਤਰ ਬਚਨ ਪੜ੍ਹਦੇ ਹਾਂ, ਜਿੱਥੇ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਆ। ਕਿਰਪਾਲੂ ਸਤਿਗੁਰੂ ਜੀ ਇਹ ਸਮਝਾਉਂਦੇ ਨੇ, ਮਹਾਰਾਜ ਕਹਿੰਦੇ ਵੇਖ ਪਰਮੇਸ਼ਰ ਦੇ ਨਾਮ ਦਾ ਆਸਰਾ ਕਿੱਦਾਂ ਹੈ। ਹਜ਼ੂਰ ਕਹਿੰਦੇ ਵੇਖ ਜਿਵੇਂ ਇੱਕ ਬਿਲਡਿੰਗ ਹੈ, ਕੋਈ ਇਮਾਰਤ ਹੈ, ਇਮਾਰਤ ਨੂੰ ਸਹਾਰਾ ਹੁੰਦਾ ਹੈ ਥੰਮਾਂ ਦਾ, ਥੰਮਲਿਆਂ ਦੇ ਸਹਾਰੇ ਤੇ ਇਮਾਰਤ ਖਲੋਤੀ ਹੋਈ ਹੁੰਦੀ ਹੈ, ਉਹਨਾਂ ਥੰਮਾਂ ਦੇ ਆਸਰੇ ਤੇ ਬਿਲਡਿੰਗ ਖੜੀ ਹੋਈ ਹੁੰਦੀ ਹੈ। ਹਜ਼ੂਰ ਕਹਿੰਦੇ ਕਿ ਮਨਾ ਪਰਮੇਸ਼ਰ ਦੇ ਨਾਮ ਦਾ ਸਹਾਰਾ ਵੀ ਤੈਨੂੰ ਇਸੇ ਤਰ੍ਹਾਂ ਹੈ, ਗੁਰੂ ਦਾ ਸਹਾਰਾ ਤੈਨੂੰ ਇਸੇ ਤਰ੍ਹਾਂ ਹੈ, ਗੁਰੂ ਦਾ ਆਸਰਾ ਇਸੇ ਤਰ੍ਹਾਂ ਹੈ। ਪਾਤਸ਼ਾਹ ਦੇ ਬਚਨ ਆਪਾਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਜਿਉ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ। ਜਿਸ ਤਰ੍ਹਾਂ ਕਹਿੰਦੇ ਕਿ ਕੋਈ ਪੱਥਰ ਵੀ ਹੈ ਨਾ, ਹੁਣ ਪੱਥਰ ਨੂੰ ਪਾਣੀ ਦੇ ਵਿੱਚ ਸੁੱਟ ਦਈਏ ਤੇ ਕਦੇ ਉਹ ਤਰਦਾ ਨਹੀਂ, ਪਰੰਤੂ ਜੇ ਉਸ ਪੱਥਰ ਨੂੰ ਤਾਰਨਾ ਹੋਵੇ ਤੇ ਉਹਦੇ ਲਈ ਜੁਗਤ ਕੀ ਹੈ। ਕਹਿੰਦੇ ਪੱਥਰ ਨੂੰ ਚੱਕ ਕੇ ਬੇੜੀ ਦੇ ਵਿੱਚ ਰੱਖ ਦਿਓ ਤੇ ਉਹ ਪੱਥਰ ਵੀ ਤਰ ਜਾਂਦਾ ਹੈ। ਹਾਲਾਂਕਿ ਪੱਥਰ ਦਾ ਸੁਭਾਅ ਤਰਨਾ ਨਹੀਂ ਹੈ, ਪੱਥਰ ਦਾ ਸੁਭਾਅ ਜਿਹੜਾ ਹੈ ਉਹ ਤਰਨਾ ਨਹੀਂ ਹੈ, ਪਰੰਤੂ ਉਹ ਜੋ ਬੇੜੀ ਦੇ ਵਿੱਚ ਰੱਖਿਆ ਗਿਆ ਤੇ ਬੇੜੀ ਦਾ ਸੁਭਾਅ ਹੈ ਤਾਰਨਾ, ਬੇੜੀ ਨੇ ਉਸ ਨੂੰ ਤਾਰ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਕਿ ਇਸ ਤੇ ਤਰ੍ਹਾਂ ਹੀ ਵੇਖ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ, ਗੁਰੂ ਦੇ ਚਰਨਾਂ ਦਾ ਓਟ ਆਸਰਾ ਤੇਰੇ ਲਈ ਇਦਾਂ ਹੀ ਸਹਾਰਾ ਹੈ। ਜਿਉ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ।
ਜਿਉ ਪਾਖਾਨ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਵੇਖ ਜਿਵੇਂ ਜੰਗਲ ਦੇ ਵਿੱਚ ਉਲਝੇ ਹੋਏ ਬੰਦੇ ਨੂੰ ਕੋਈ ਰਾਹ ਪਾ ਦੇਵੇ ਤੇ ਉਹਦੇ ਲਈ ਕਿੱਡਾ ਵੱਡਾ ਸਹਾਰਾ ਬਣ ਗਿਆ। ਜਿਸ ਤਰ੍ਹਾਂ ਹਨੇਰੇ ਦੇ ਵਿੱਚ ਦੀਪਕ ਦਾ ਸਹਾਰਾ ਮਿਲ ਜਾਵੇ, ਕਿੱਡਾ ਵੱਡਾ ਆਸਰਾ ਹੈ। ਇਦਾਂ ਹੀ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਹਾਰਾ, ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਤੇ ਵੇਖ ਉਹ ਤੈਨੂੰ ਇਸ ਭਵ ਸਾਗਰ ਤੋਂ ਤਾਰ ਦੇਵੇਗਾ। ਕਿਉਂਕਿ ਮਨਾ ਵਾਹਿਗੁਰੂ ਜੀ ਦਾ ਨਾਮ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਸਭ ਤੋਂ ਵੱਡਾ ਆਸਰਾ ਹੈ। ਮਨ ਧਰ ਤਰਵੇ ਹਰ ਨਾਮ ਨੂੰ। ਸਾਗਰ ਲਹਿਰ ਸੰਸਾ ਸੰਸਾਰ, ਗੁਰ ਬੋਹਿਥ ਪਾਰ ਗਰਾਮਨੋ ਰਹਾਓ। ਇਹ ਸੰਸਾਰ ਜਿਹੜਾ ਇਹਨਾਂ ਗੁਰੂ ਕੇ ਪਿਆਰਿਓ, ਇਹ ਸਹਿਮਾਂ ਦੇ ਨਾਲ, ਸੰਸਿਆਂ ਦੇ ਨਾਲ ਭਰਿਆ ਪਿਆ ਹੈ। ਇਹ ਐਸਾ ਸਾਗਰ ਹੈ, ਇਹ ਸੰਸਾਰ ਐਸਾ ਸਾਗਰ ਹੈ ਜਿਹੜਾ ਸੰਸਿਆਂ ਦੇ ਨਾਲ ਭਰਿਆ ਪਿਆ ਹੈ, ਸਹਿਮਾਂ ਦੇ ਨਾਲ ਭਰਿਆ ਪਿਆ ਹੈ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਸ਼੍ਰੀ ਰਹਿਰਾਸ ਸਾਹਿਬ ਜੀਆਂ ਦੀ ਬਾਣੀ ਦੇ ਅੰਦਰ। ਤਾਂ ਮਹਾਰਾਜ ਉੱਥੇ ਸਾਨੂੰ ਇੱਕ ਬਚਨ ਸਮਝਾਉਂਦੇ ਨੇ। ਪਾਤਸ਼ਾਹ ਕਹਿੰਦੇ ਭਲਿਆ ਤੇਰਾ ਵਾਸਾ ਇੱਕ ਇਹੋ ਜਿਹੇ ਸਰੋਵਰ ਦੇ ਵਿੱਚ ਹੋ ਗਿਆ ਹੈ। ਉਹ ਸਰੋਵਰ ਜਿਹੜਾ ਹੈ ਉਹ ਪਾਣੀ ਦਾ ਨਹੀਂ ਭਰਿਆ ਹੋਇਆ। ਕਹਿੰਦੇ ਉਹ ਜਿਹੜਾ ਸਰੋਵਰ ਹੈ ਮੰਨ ਲੈ ਵੀ ਅੱਗ ਦਾ ਭਰਿਆ ਹੋਇਆ ਹੈ। ਅੱਗ ਦੀਆਂ ਲਪਟਾਂ ਉਹਦੇ ਵਿੱਚੋਂ ਉੱਠ ਰਹੀਆਂ ਨੇ। ਅੱਗ ਦਾ ਭਰਿਆ ਹੋਇਆ ਉਹ ਸਰੋਵਰ ਹੈ, ਉਹਦੇ ਵਿੱਚ ਤੇਰਾ ਵਾਸਾ ਹੋ ਗਿਆ ਹੈ। ਤੇ ਪਾਤਸ਼ਾਹ ਕਹਿੰਦੇ ਚਿੱਕੜ ਵੀ ਬੜਾ ਅਜੀਬ ਹੈ ਉੱਥੇ। ਉਸ ਚਿੱਕੜ ਦੇ ਵਿੱਚ ਪੈਰ ਸਾਰਿਆਂ ਦਾ ਹੀ ਫਸਿਆ ਪਿਆ ਹੈ। ਪਾਤਸ਼ਾਹ ਕਹਿੰਦੇ ਵੇਖਦਿਆਂ ਵੇਖਦਿਆਂ ਬੜੇ ਉਸ ਚਿੱਕੜ ਦੇ ਵਿੱਚ ਅਸੀਂ ਡੁੱਬਦੇ ਹੋਏ ਵੇਖੇ ਨੇ। ਬੜਿਆਂ ਨੂੰ ਉਸ ਚਿੱਕੜ ਦੇ ਵਿੱਚ ਡੁੱਬਦਿਆਂ ਹੋਇਆਂ ਵੇਖਿਆ। ਮਹਾਰਾਜ ਜੀਆਂ ਦਾ ਪਾਵਨ ਬਚਨ ਪੜ੍ਹਦੇ ਹਾਂ। ਹਜ਼ੂਰ ਕਹਿੰਦੇ ਵੇਖ ਸੰਸਿਆਂ ਦਾ, ਸਹਿਮਾਂ ਦਾ, ਡਰਾਂ ਦਾ, ਭਉ ਦਾ, ਵਿਕਾਰਾਂ ਦਾ ਭਰਿਆ ਹੋਇਆ, ਤ੍ਰਿਸ਼ਨਾ ਦੀ ਅੱਗ ਦੇ ਨਾਲ ਭਰਿਆ ਹੋਇਆ ਇਹ ਸਰੋਵਰ ਹੈ ਜਿੱਥੇ ਮਨੁੱਖ ਦਾ ਵਾਸਾ ਹੋ ਗਿਆ। ਹਜ਼ੂਰ ਕਹਿੰਦੇ ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਉਸ ਸਰੋਵਰ ਦੇ ਵਿੱਚ ਪਾਣੀ ਦੀ ਜਗ੍ਹਾ ਤੇ ਪਾਵਕ, ਪਾਵਕ ਕਹਿੰਦੇ ਅੱਗ ਨੂੰ, ਅੱਗ ਪੈਦਾ ਕੀਤੀ ਹੋਈ ਹੈ। ਇਹ ਅੱਗ ਤ੍ਰਿਸ਼ਨਾ ਦੀ, ਸਹਿਮਾਂ ਦੀ, ਸੰਸਿਆਂ ਦੀ ਉਹ ਅੱਗ ਜਿਹੜੀ ਹੈ ਉਹ ਪੈਦਾ ਕੀਤੀ ਹੋਈ ਹੈ। ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ। ਕਹਿੰਦੇ ਹੁਣ ਚਿੱਕੜ ਜਿਹੜਾ ਇਸ ਸਰੋਵਰ ਦੇ ਵਿੱਚ ਮੋਹ ਦਾ ਚਿੱਕੜ ਹੈ। ਪੰਕਜ ਮੋਹ ਪਗ ਨਹੀਂ ਚਾਲੈ, ਤੇ ਮੋਹ ਦੇ ਚਿੱਕੜ ਦੇ ਵਿੱਚੋਂ ਪੈਰ ਨਹੀਂ ਜੇ ਪੁੱਟਿਆ ਜਾਂਦਾ। ਮੋਹ ਦੇ ਚਿੱਕੜ ਦੇ ਵਿੱਚੋਂ ਬਾਹਰ ਹੋਣਾ ਬਹੁਤ ਕਠਿਨ ਹੈ, ਬਹੁਤ ਔਖਾ ਲੱਗ ਰਿਹਾ ਹੈ, ਕਿਉਂਕਿ ਮੋਹ ਦੇ ਚਿੱਕੜ ਵਿੱਚੋਂ ਪੈਰ ਨਹੀਂ ਪੁੱਟਿਆ ਜਾ ਰਿਹਾ। ਹਜ਼ੂਰ ਕਹਿੰਦੇ ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀਅਲੇ। ਤੇ ਸਾਡੇ ਵੇਖਦਿਆਂ ਵੇਖਦਿਆਂ ਪਤਾ ਨਹੀਂ ਕਿੰਨੇ ਕੁ ਬੰਦੇ ਉਸ ਚਿੱਕੜ ਦੇ ਵਿੱਚ ਡੁੱਬ ਗਏ, ਉਸ ਮੋਹ ਦੇ ਚਿੱਕੜ ਦੇ ਵਿੱਚ ਡੁੱਬ ਗਏ। ਕਹਿੰਦੇ ਸਾਡੇ ਵੇਖਦਿਆਂ ਵੇਖਦਿਆਂ ਹਮ ਦੇਖਾ ਤਹ ਡੂਬੀਅਲੇ। ਤੋ ਉਹ ਸਰੋਵਰ ਹੈ। ਹਜ਼ੂਰ ਅੱਜ ਕਹਿ ਰਹੇ ਕਿ ਸਾਗਰ ਹੈ ਭਾਈ। ਇਹ ਸਾਗਰ ਜਿਹੜਾ ਹੈ ਇਹ ਸੰਸਿਆਂ ਦਾ ਭਰਿਆ ਹੋਇਆ ਹੈ। ਇਹ ਸੰਸਾਰ ਐਸਾ ਸਾਗਰ ਹੈ ਜਿਹੜਾ ਸੰਸਿਆਂ ਦਾ ਭਰਿਆ ਹੋਇਆ ਹੈ, ਜਿੱਥੇ ਹਰ ਪਲ ਤੇ ਕੋਈ ਨਾ ਕੋਈ ਸਹਿਮ, ਕੋਈ ਨਾ ਕੋਈ ਡਰ ਕਿ ਆਹ ਨਾ ਹੋ ਜਾਵੇ, ਉਹ ਨਾ ਹੋ ਜਾਵੇ, ਮੈਂ ਬਿਮਾਰ ਨਾ ਹੋ ਜਾਵਾਂ, ਮੇਰੇ ਕੋਲੋਂ ਧਨ ਨਾ ਚਲਿਆ ਜਾਵੇ, ਮੈਂ ਗਰੀਬ ਨਾ ਹੋ ਜਾਵਾਂ, ਮੇਰੀ ਔਲਾਦ ਕਿਤੇ ਗਲਤ ਨਾ ਹੋ ਜਾਵੇ, ਮੇਰੀ ਔਲਾਦ ਕਿਤੇ ਮੇਰੇ ਕਹਿਣੇ ਤੋਂ ਬਾਹਰ ਨਾ ਹੋ ਜਾਵੇ। ਹਰੇਕ ਪਲ ਕੋਈ ਨਾ ਕੋਈ ਸੰਸਾ, ਕੋਈ ਨਾ ਕੋਈ ਸਹਿਮ, ਕੋਈ ਨਾ ਕੋਈ ਵਿਚਾਰ ਜੋ ਸਾਰਿਆਂ ਦੇ ਮਨ ਦੇ ਵਿੱਚ ਪਨਪਦੀ ਰਹਿੰਦੀ ਹੈ। ਮਹਾਰਾਜ ਕਹਿੰਦੇ ਇਹ ਸੰਸਾਰ ਹੈ ਹੀ ਸੰਸਿਆਂ ਦਾ ਭਰਿਆ। ਇੱਥੇ ਸੰਸੇ ਹੀ ਸੰਸੇ ਨੇ, ਸਾਗਰ ਹੈ ਤੇ ਸੰਸਿਆਂ ਦਾ। ਤੋ ਸਾਗਰ, ਲਹਿਰ, ਸੰਸਾ, ਸੰਸਾਰ, ਇੱਥੇ ਜਿਹੜੀਆਂ ਲਹਿਰਾਂ ਉੱਠਦੀਆਂ ਨੇ ਬਸ ਉਹ ਸੰਸਿਆਂ ਦੀਆਂ ਉੱਠਦੀਆਂ ਨੇ ਸੰਸਾਰ ਰੂਪੀ ਸਾਗਰ ਦੇ ਵਿੱਚ। ਪਾਤਸ਼ਾਹ ਦਾ ਇੱਕ ਬਚਨ ਹੈ। ਹਜ਼ੂਰ ਕਹਿੰਦੇ ਲੋਭ ਲਹਿਰ ਅਤ ਨੀਝਰ ਬਾਜੈ, ਕਾਇਆ ਡੂਬੈ ਕੇਸਵਾ। ਸੰਸਾਰ ਸਮੁੰਦੇ ਤਾਰ ਗੋਬਿੰਦ, ਤਾਰ ਲੈ ਬਾਪ ਬੀਠੁਲਾ। ਕਹਿੰਦੇ ਕਿ ਵੇਖੋ ਇਹ ਸੰਸਾਰ,
ਇੱਥੇ ਐਸੀਆਂ ਲਹਿਰਾਂ ਉੱਠ ਰਹੀਆਂ ਨੇ ਮਹਾਰਾਜ ਜੀ, ਜਿਨ੍ਹਾਂ ਦੇ ਵਿੱਚ ਮੈਂ ਡੁੱਬਦਾ ਜਾ ਰਿਹਾ, ਕਿਰਪਾ ਕਰੋ, ਮੈਨੂੰ ਬਚਾ ਲਵੋ, ਮੈਨੂੰ ਤਾਰ ਲਵੋ। ਤੋ ਐਸੀਆਂ ਲਹਿਰਾਂ ਉੱਥੋਂ ਕਿਵੇਂ ਬਚਿਆ ਜਾ ਸਕਦਾ ਹੈ? ਹਜ਼ੂਰ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਦਾਤਾਰ ਕਹਿੰਦੇ ਨੇ ਨਾ ਕਿ ਇਹੋ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸ ਜਗਾਏ ਪਿਆਵੇ ਉਹ ਰਸ, ਅਕਥ ਕਥਾ ਤਿਨ ਜਾਨੀ। ਕਿ ਇਸ ਤਰ੍ਹਾਂ ਇਸ ਭਵ ਸਾਗਰ ਤੋਂ ਤਰਿਆ ਜਾ ਸਕਦਾ ਹੈ। ਗੁਰ ਬੋਹਿਤ ਪਾਰਗ੍ਰਾਮ ਨੂੰ, ਗੁਰੂ ਜਹਾਜ਼ ਹੈ। ਗੁਰੂ ਐਸਾ ਜਹਾਜ਼ ਹੈ ਜਿਹੜਾ ਇਸ ਜੀਵ ਨੂੰ ਇਸ ਭਵ ਸਾਗਰ ਤੋਂ ਪਾਰ ਕਰ ਸਕਦਾ ਹੈ। ਗੁਰੂ ਦੀ ਇਹ ਸਮਰੱਥਾ ਹੈ ਕਿ ਇਸ ਜੀਵ ਨੂੰ ਸਾਰੇ ਸੰਸਾਰ ਭਵ ਸਾਗਰ ਤੋਂ ਉਹ ਪਾਰ ਕਰ ਸਕਦਾ ਹੈ, ਸਾਰੇ ਜੀਵਾਂ ਨੂੰ ਪਾਰ ਕਰ ਸਕਦਾ ਹੈ ਤੇ ਪਾਰ ਕਰਦਾ ਹੈ। ਗੁਰੂ ਐਸੀ ਸਮਰੱਥਾ ਦਾ ਮਾਲਕ ਹੈ, ਗੁਰੂ ਐਸਾ ਜਹਾਜ਼ ਹੈ, ਗੁਰੂ ਐਸਾ ਬੋਹਿਤ ਹੈ। ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਬਚਨ ਹੈ। ਹਜ਼ੂਰ ਕਹਿੰਦੇ ਸਤਿਗੁਰ ਬੋਹਿਥ ਹਰਿ ਨਾਮ ਹੈ, ਕਿ ਗੁਰੂ ਜਹਾਜ਼ ਹੈ, ਨਾਮ ਦਾ ਜਹਾਜ਼ ਹੈ ਗੁਰੂ। ਸਤਿਗੁਰ ਬੋਹਿਥ ਹਰਿ ਨਾਮ ਹੈ, ਕਿਤ ਬਿਦ ਚੜਿਆ ਜਾਏ। ਪਰ ਹੁਣ ਸਵਾਲ ਤੇ ਇਹ ਹੈ ਕਿ ਗੁਰੂ ਰੂਪੀ ਬੋਹਤ ਦੇ ਉੱਪਰ ਅਸਵਾਰ ਕਿਵੇਂ ਹੋਵੇ ਇਹ ਜੀਵ, ਭਾਵ ਗੁਰੂ ਕੇ ਬਚਨਾਂ ਨੂੰ ਮੰਨੇ ਕਿਵੇਂ, ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਹੁਕਮ ਨੂੰ ਕਿਵੇਂ ਮੰਨੇ। ਤੇ ਸਾਧ ਸੰਗਤ, ਜੇ ਭਵ ਸਾਗਰ ਤੋਂ ਤਰਨਾ ਹੈ ਤੇ ਇਹੋ ਹੀ ਗੁਰੂ ਰੂਪੀ ਜਹਾਜ਼ ਦਾ ਅਸਵਾਰਾ ਕਰਨਾ ਹੈ ਕਿ ਮਹਾਰਾਜ ਜੀਆਂ ਦੇ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਮੰਨ ਲੈਣਾ, ਆਪਣੇ ਜੀਵਨ ਦੇ ਵਿੱਚ ਉਹਨਾਂ ਬਚਨਾਂ ਨੂੰ ਧਾਰਨ ਕਰ ਲੈਣਾ। ਸਤਿਗੁਰ ਬੋਹਿਥ ਹਰਿ ਨਾਮ ਹੈ, ਕਿਤ ਬਿਦ ਚੜਿਆ ਜਾਏ। ਸਤਿਗੁਰ ਕੈ ਭਾਣੇ ਜੋ ਚੱਲੇ, ਕਹਿੰਦੇ ਜਿਹੜੇ ਗੁਰੂ ਦੇ ਭਾਣੇ ਦੇ ਵਿੱਚ ਚੱਲਦੇ ਨੇ, ਸਤਿਗੁਰਾਂ ਦੇ ਭਾਣੇ ਦੇ ਵਿੱਚ ਜੋ ਚੱਲਣਾ ਹੈ। ਸਤਿਗੁਰ ਕੈ ਭਾਣੇ ਜੋ ਚੱਲੇ, ਵਿੱਚ ਬੋਹਿਥ ਬੈਠਾ ਆਏ। ਕਹਿੰਦੇ ਮਨ ਉਹ ਜਹਾਜ਼ ਦੇ ਵਿੱਚ ਆਣ ਕੇ ਬੈਠ ਗਿਆ, ਉਸ ਨੂੰ ਜਹਾਜ਼ ਦੀ ਪ੍ਰਾਪਤੀ ਹੋ ਗਈ, ਉਹ ਜਹਾਜ਼ ਦੇ ਵਿੱਚ ਆ ਕੇ ਬੈਠ ਗਿਆ। ਜਿਸਨੇ ਕਹਿੰਦੇ ਕਿ ਵਾਹਿਗੁਰੂ ਜੀ ਦੇ ਨਾਮ ਨੂੰ ਮੰਨ ਲਿਆ, ਜਿਸਨੇ ਗੁਰੂ ਦੇ ਭਾਣੇ ਨੂੰ ਮੰਨ ਲਿਆ, ਜਿਸਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ, ਉਹ ਗੁਰੂ ਰੂਪੀ ਜਹਾਜ਼ ਦੇ ਵਿੱਚ ਅਸਵਾਰ ਹੋ ਗਿਆ। ਗੁਰ ਬੋਹਿਥ ਪਾਰਗ੍ਰਾਮ ਨੂੰ, ਗੁਰੂ ਇਸ ਤਰ੍ਹਾਂ ਬੋਹਿਥ ਹੈ, ਜਹਾਜ਼ ਹੈ ਜੋ ਭਵ ਸਾਗਰ ਤੋਂ ਪਾਰ ਕਰਦੇ ਹੈ। ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਅਨੇਕਾਂ ਐਸੇ ਬਚਨ ਨੇ ਜਿੱਥੇ ਗਰੀਬ ਨਵਾਜ ਗੁਰੂ ਨੂੰ ਜਹਾਜ਼ ਦੇ ਨਾਲ ਤਸ਼ਬੀਹ ਦਿੰਦੇ ਨੇ। ਤੇ ਗੁਰੂ ਦੀ ਵਡਿਆਈ ਕੈਸੀ ਵੱਡੀ ਹੈ। ਸੱਚੇ ਪਾਤਸ਼ਾਹ ਕਹਿੰਦੇ ਗੁਰੂ ਭਵ ਸਾਗਰ ਤੋਂ ਤਾਰਨ ਦੀ ਸਮਰੱਥਾ ਇਸ ਤਰ੍ਹਾਂ ਰੱਖਦਾ ਹੈ ਕਿ ਜਿਸ ਤਰ੍ਹਾਂ ਸਹਿਜ ਸੁਭਾਅ ਹੀ ਕੋਈ ਕਿਸੇ ਨੂੰ ਕਿਸੇ ਸੰਸਾਰ ਤੋਂ, ਕਿਸੇ ਸਮੁੰਦਰ ਤੋਂ ਪਾਰ ਕਰ ਦੇਵੇ। ਰਿਪੀਟ, ਗੁਰੂ ਐਸੀ ਸਮਰੱਥਾ ਰੱਖਦਾ ਹੈ ਕਿ ਜਿਸ ਤਰ੍ਹਾਂ ਸਾਰੇ ਜਗਤ ਦੇ ਜੀਵਾਂ ਨੂੰ ਸਹਿਜੇ ਹੀ ਸੰਸਾਰ ਸਾਗਰ ਤੋਂ ਪਾਰ ਕਰ ਦੇਵੇ। ਤਾਂ ਮਹਾਰਾਜ ਜੀਆਂ ਦੀ ਬਾਣੀ ਦਾ ਇਹ ਬਚਨ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਕਿ ਵੇਖ ਗੁਰੂ ਬੋਹਿਥਾ ਹੈ, ਗੁਰ ਬੋਹਿਥ ਪਾਰਗ੍ਰਾਮ ਨੂੰ, ਸੰਸਾਰ ਸਾਗਰ ਤੋਂ, ਇਸ ਭਵ ਸਾਗਰ ਤੋਂ ਪਾਰ ਹੋਣ ਵਾਸਤੇ ਗੁਰੂ ਬੋਹਿਥਾ ਹੈ, ਗੁਰੂ ਜਹਾਜ਼ ਹੈ। ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਸਾਹਿਬ ਜੀਆਂ ਦੇ ਉੱਪਰ ਕਿਰਪਾ ਕਰਦਿਆਂ ਬਾਲ ਅਵਸਥਾ ਦੇ ਵਿੱਚ ਇਹ ਬਚਨ ਆਖੇ ਸਨ। ਜਦੋਂ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਾਲ ਅਵਸਥਾ ਦੇ ਵਿੱਚ ਸਨ ਤੇ ਆਪਣੇ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਆਸਣ ਦੇ ਕੋਲ ਪਹੁੰਚੇ ਤੇ ਸਾਧ ਸੰਗਤ ਖੇਡ ਰਹੇ ਸਨ, ਬਾਲ ਅਵਸਥਾ ਸੀ। ਤੇ ਉਸ ਵੇਲੇ ਜਦੋਂ ਮਹਾਰਾਜ ਸਮਾਧੀ ਦੇ ਵਿੱਚ ਬੈਠੇ ਹੋਏ ਸਨ ਤੇ ਜਾ ਕੇ ਮਹਾਰਾਜ ਜੀਆਂ ਦੇ ਪਲੰਗ ਨੂੰ ਫੜਿਆ ਔਰ ਪੂਰੇ ਜ਼ੋਰ ਦੇ ਨਾਲ ਹਿਲਾ ਦਿੱਤਾ। ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਬਚਨ ਨਿਕਲਿਆ। ਹਜ਼ੂਰ ਕਹਿੰਦੇ ਕਿਹੜਾ ਹੈ ਇਹ ਪੁਰਖ ਭਾਰੀ, ਜਿਸ ਮੰਜੀ ਹਿਲਾਈ ਸਾਡੀ ਸਾਰੀ। ਤੇ ਬੀਬੀ ਭਾਨੀ ਜੀ ਉਹਨਾਂ ਨੇ ਸਹਿਜ ਸੁਭਾਅ ਅੰਦਰ ਜਾ ਕੇ ਪ੍ਰੇਮ ਸਹਿਤ ਬਚਨ ਕੀਤਾ। ਕਹਿਣ ਲੱਗੇ ਗੁਰੂ ਪਿਤਾ ਜੀ ਇਹ ਆਪ ਜੀ ਦਾ ਦੋਹਿਤ ਹੈ। ਤੇ ਮਹਾਰਾਜ ਮੁਸਕਰਾ ਕੇ ਹੱਸ ਕੇ ਅਸੀਸ ਦੇ ਕੇ ਕਹਿਣ ਲੱਗੇ, ਕਹਿੰਦੇ ਭਾਨੀਏ ਇਹ ਸਾਡਾ ਦੋਹਿਥਾ ਨਹੀਂ, ਇਹ ਦੋਹਿਥਾ ਬਾਣੀ ਕਾ ਬੋਹਿਥਾ, ਇਹ ਬਾਣੀ ਦਾ ਜਹਾਜ਼ ਹੋਵੇਗਾ। ਸੋ ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹ ਬਾਣੀ ਦੇ ਬੋਹਿਥ, ਬਾਣੀ ਦੇ ਜਹਾਜ਼। ਇਹ ਸਾਰੀ ਕਿਰਪਾ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਜੋ ਇਹ ਬਾਣੀ ਦਾ ਇਹ ਸਾਰਾ ਇਤਨਾ ਵੱਡਾ ਜੋ ਖਜ਼ਾਨਾ ਗੁਰਸਿੱਖਾਂ ਦੀ ਝੋਲੀ ਦੇ ਵਿੱਚ ਪਿਆ ਹੋਇਆ ਹੈ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿਰਪਾ ਹੈ। ਤੋ ਉਹ ਗੁਰੂ ਬੋਹਿਥਾ ਹੈ ਜਿਹੜਾ ਭਵ ਸਾਗਰ ਤੋਂ ਪਾਰ ਕਰਨ ਦੀ ਸਮਰੱਥਾ ਰੱਖਦਾ ਹੈ। ਰਹਾਓ ਮਹਾਰਾਜ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ,
ਕਾਲੇ ਕਾਲਖ ਅੰਧਿਆਰੀਆ, ਗੁਰ ਗਿਆਨ ਦੀਪਕ ਉਜਿਆਰੀਆ। ਮਹਾਰਾਜ ਫਰਮਾਉਂਦੇ ਨੇ, ਕਹਿੰਦੇ ਕਿ ਕਲਯੁਗ ਦੇ ਜਿਹੜੇ ਝਗੜੇ ਨੇ, ਬਖੇੜੇ ਨੇ, ਜੋ ਵੀ ਝਗੜੇ ਬਖੇੜੇ ਨੇ ਸੰਸਾਰਿਕ ਪੱਧਰ ਦੇ ਉੱਪਰ ਜੀਵ ਜਿਤਨੇ ਵੀ ਝਗੜੇ ਬਖੇੜੇ ਪੈਦਾ ਕਰਦਾ ਹੈ, ਕਾਲਖ, ਇਹ ਝਗੜੇ ਬਖੇੜੇ ਮਾਨੋ ਇਸ ਦੇ ਅੰਦਰ ਕਾਲਖ ਬਣ ਕੇ ਚੰਬੜ ਜਾਂਦੇ ਨੇ। ਇਹਨਾਂ ਝਗੜਿਆਂ ਬਖੇੜਿਆਂ ਦੀ ਜੋ ਕਾਲਖ ਹੈ ਇਸ ਜੀਵ ਦੇ ਅੰਦਰ ਲੱਗ ਜਾਂਦੀ ਹੈ, ਤੇ ਇਹ ਜੀਵ ਜਿਹੜਾ ਹੈ ਕਿਸੇ ਹਨੇਰੇ ਦੇ ਵਿੱਚ ਵਹਿ ਤੁਰਦਾ ਹੈ, ਕਿਸੇ ਹਨੇਰੇ ਦੇ ਵਿੱਚ ਇਹ ਜੀਵ ਧੱਕਿਆ ਜਾਂਦਾ ਹੈ। ਤੋ ਦੁਨੀਆ ਦੇ ਖਾਤਰ ਕੀਤੇ ਗਏ ਜੋ ਇਹ ਝਗੜੇ ਔਰ ਕਲੇਸ਼ ਨੇ, ਇਹ ਐਸੀ ਕਾਲਖ ਹੈ ਜੋ ਮਨੁੱਖ ਦੇ ਮਨ ਦੇ ਵਿੱਚ ਹਨੇਰਾ ਪੈਦਾ ਕਰਦੀ ਹੈ। ਤੇ ਜਦੋਂ ਹਨੇਰਾ ਪੈਦਾ ਹੋ ਗਿਆ, ਉਸ ਹਨੇਰੇ ਨੂੰ ਹੁਣ ਦੂਰ ਕਿਵੇਂ ਕੀਤਾ ਜਾਵੇ? ਕਾਲਖ ਅੰਧਿਆਰੀਆ, ਅੰਦਰ ਇੱਕ ਹਨੇਰਾ ਪੈਦਾ ਹੋ ਗਿਆ, ਹੁਣ ਉਸ ਹਨੇਰੇ ਨੂੰ ਦੂਰ ਕਿਵੇਂ ਕੀਤਾ ਜਾਵੇ? ਤੇ ਪਾਤਸ਼ਾਹ ਅਗਲੇ ਬਚਨ ਦੇ ਵਿੱਚ ਫਰਮਾਉਂਦੇ ਨੇ, ਗੁਰ ਗਿਆਨ ਦੀਪਕ ਉਜਿਆਰੀਆ। ਗੁਰੂ ਜੋ ਹੈ ਉਹ ਗਿਆਨ ਦਾ ਦੀਪਕ ਹੈ। ਗੁਰਾਂ ਦੇ ਗਿਆਨ ਦਾ ਦੀਪਕ ਜਦੋਂ ਜੀਵ ਦੇ ਅੰਦਰ ਜਗਦਾ ਹੈ, ਗੁਰੂ ਆਪਣਾ ਗਿਆਨ ਬਖਸ਼ਿਸ਼ ਕਰਦੇ ਨੇ। ਗੁਰੂ ਸਾਹਿਬ ਆਪਣੇ ਗਿਆਨ ਦਾ ਜੀਵਾ ਜਦੋਂ ਇਸ ਜੀਵ ਦੇ ਅੰਦਰ ਜਗਾ ਦਿੰਦੇ ਨੇ ਨਾ, ਉਦੋਂ ਅੰਦਰ ਉਜਿਆਲਾ ਹੋ ਜਾਂਦਾ ਹੈ, ਹਨੇਰਾ ਬਿਨਸ ਜਾਂਦਾ ਹੈ, ਅੰਦਰ ਚਾਨਣ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ। ਤੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਬਚਨ ਨੇ, ਦਾਤਾਰ ਕਹਿੰਦੇ, ਜਿਉਂ ਅੰਧੇਰਾ ਦੀਪਕ ਬਾਲੀਐ। ਜਿਵੇਂ ਹਨੇਰੇ ਦੇ ਵਿੱਚ ਦੀਵਾ ਜਗਾਇਆ, ਕਿਸੇ ਥਾਂ ਤੇ ਬਹੁਤ ਪੁਰਾਣਾ ਹਨੇਰਾ ਸੀ, ਕੋਈ ਕਮਰਾ ਐਸਾ ਕਹਿ ਲੋ ਜਾਂ ਕੋਈ ਐਸੀ ਥਾਂ ਕਹਿ ਲੋ ਵੀ ਜਿੱਥੇ ਬੜਿਆਂ ਚਿਰਾਂ ਦਾ, ਕਈ ਸਾਲਾਂ ਦਾ ਜਿੱਥੇ ਹਨੇਰਾ ਸੀ, ਉਸ ਕਮਰੇ ਦੇ ਵਿੱਚ ਜਾ ਕੇ ਕਹਿੰਦੇ ਜਦੋਂ ਦੀਪਕ ਬਾਲ ਦਿੱਤਾ, ਦੀਵਾ ਜਗਾ ਦਿੱਤਾ, ਤੇ ਹੋਇਆ ਕਿ ਹਨੇਰੇ ਨੂੰ ਕਹਿਣਾ ਨਹੀਂ ਪਿਆ ਵੀ ਤੂੰ ਇੱਥੋਂ ਚਲਿਆ ਜਾ। ਹਨੇਰਾ ਆਪਣੇ ਆਪ ਹੀ ਉੱਥੋਂ ਗਾਇਬ ਹੋ ਗਿਆ, ਕਿਉਂਕਿ ਚਾਨਣ ਆ ਗਿਆ, ਪ੍ਰਕਾਸ਼ ਆ ਗਿਆ, ਰੋਸ਼ਨੀ ਦੇ ਆਉਣ ਦੇ ਨਾਲ ਹਨੇਰਾ ਚਲਿਆ ਗਿਆ। ਹਜ਼ੂਰ ਕਹਿੰਦੇ, ਜਿਉਂ ਅੰਧੇਰਾ ਦੀਪਕ ਬਾਲੀਐ, ਤਿਉਂ ਗੁਰ ਗਿਆਨ ਅਗਿਆਨ ਤਜਾਏ। ਜਿਵੇਂ ਹਨੇਰੇ ਦੇ ਵਿੱਚ ਬਾਲਿਆ ਹੋਇਆ ਦੀਵਾ ਪ੍ਰਕਾਸ਼ ਕਰ ਦਿੰਦਾ ਹੈ, ਇਦਾਂ ਹੀ ਕਹਿੰਦੇ ਗੁਰਾਂ ਦਾ ਬਖਸ਼ਿਸ਼ ਕੀਤਾ ਹੋਇਆ ਗਿਆਨ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰ ਦਿੰਦਾ ਹੈ, ਅੰਦਰੋਂ ਅਗਿਆਨ ਦਾ ਨਾਸ਼ ਕਰ ਦਿੰਦਾ ਹੈ। ਇਸ ਜੀਵ ਦੇ ਮਨ ਅੰਦਰ ਗਿਆਨ ਦਾ ਦੀਪਕ ਬਲ ਜਾਂਦਾ ਹੈ ਤੇ ਉੱਥੇ ਅਗਿਆਨਤਾ ਦਾ ਨਾਸ਼ ਹੋ ਜਾਂਦਾ ਹੈ। ਹਜ਼ੂਰ ਇੱਕ ਹੋਰ ਬਚਨ ਕਰਦੇ ਨੇ, ਪਾਤਸ਼ਾਹ ਕਹਿੰਦੇ, ਦੁੱਖ ਅੰਧੇਰਾ ਕਰਤੇ ਮਿਟਿਓ, ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ। ਕਹਿੰਦੇ ਸਤਿਗੁਰਾਂ ਨੇ ਐਸੀ ਮਿਹਰ ਕੀਤੀ, ਐਸੀ ਬਖਸ਼ਿਸ਼ ਕੀਤੀ ਪਿਆਰਿਆ, ਕਿ ਜਦੋਂ ਮਹਾਰਾਜ ਜੀਆਂ ਨੇ ਪਰਮੇਸ਼ਰ ਦੇ ਨਾਮ ਦਾ ਦੀਪ ਇਸ ਜੀਵ ਦੇ ਅੰਦਰ ਜਗਾ ਦਿੱਤਾ, ਹੁਣ ਦੁੱਖ ਮਿਟ ਗਿਆ। ਹਨੇਰਾ ਸਭ ਤੋਂ ਵੱਡਾ ਦੁੱਖ ਹੈ। ਪਾਤਸ਼ਾਹ ਦੀ ਬਾਣੀ ਦਾ ਬਚਨ ਹੈ, ਦਾਤਾਰ ਕਹਿੰਦੇ ਕਿ ਰਾਜਾ ਰੰਕ ਦੋ ਮਿਲ ਰੋਈ ਹੈ। ਹਨੇਰਾ ਐਸਾ ਹੈ, ਜਦੋਂ ਹਨੇਰਾ ਹੋਵੇ ਤੇ ਭਾਵੇਂ ਕੋਈ ਅਮੀਰ ਹੋਵੇ ਭਾਵੇਂ ਗਰੀਬ ਹੋਵੇ, ਕਹਿੰਦੇ ਦੋਵਾਂ ਨੂੰ ਠੋਕਰਾਂ ਵੱਜਦੀਆਂ ਨੇ। ਭਾਵੇਂ ਕੋਈ ਰਾਜਾ ਹੈ ਭਾਵੇਂ ਕੋਈ ਰੰਕ ਹੈ, ਹਨੇਰੇ ਦੇ ਵਿੱਚ ਦੋਵੇਂ ਠੋਕਰਾਂ ਖਾਂਦੇ ਨੇ, ਤੇ ਠੋਕਰਾਂ ਖਾ ਕੇ ਫਿਰ ਦੁਖੀ ਹੁੰਦੇ ਨੇ, ਤੇ ਦੁਖੀ ਹੋਏ ਫਿਰ ਚਾਨਣ ਲੱਭਦੇ ਨੇ। ਮਹਾਰਾਜ ਕਹਿੰਦੇ ਕਿ ਹਨੇਰੇ ਤੋਂ ਦੁਖੀ ਹੋਇਆ ਹਰੇਕ ਬੰਦਾ ਚਾਨਣ ਦੀ ਭਾਲ ਕਰਦਾ ਹੈ। ਤਾਂ ਪਾਤਸ਼ਾਹ ਕਹਿੰਦੇ ਕਿ ਰਾਜਾ ਰੰਕ ਦੋ ਮਿਲ ਰੋਈ ਹੈ, ਅੰਧਕਾਰ ਸੁਖ ਕਬਹਿ ਨਾ ਸੋਈ ਹੈ। ਹਨੇਰੇ ਵਿੱਚ ਸੁਖ ਕਿੱਥੇ? ਤੋ ਹਨੇਰੇ ਦੇ ਵਿੱਚ ਸੁਖ ਕਿਸੇ ਪ੍ਰਕਾਰ ਨਹੀਂ ਹੋ ਸਕਦਾ। ਚਾਨਣ ਦੇ ਵਿੱਚ ਭਾਵੇਂ ਰਾਜਾ ਤੇ ਭਾਵੇਂ ਰੰਕ ਹੈ, ਸਾਰੇ ਸੁਖ ਮਾਣਦੇ ਨੇ, ਹਨੇਰੇ 'ਚ ਸਾਰੇ ਦੁਖੀ ਹੁੰਦੇ ਨੇ। ਹਜ਼ੂਰ ਕਹਿੰਦੇ, ਦੁੱਖ ਅੰਧੇਰਾ ਕਰਤੇ ਮਿਟਿਓ। ਕਿਸ ਹਿਰਦੇ ਰੂਪੀ ਘਰ ਦੇ ਵਿੱਚੋਂ ਦੁੱਖਾਂ ਦਾ ਹਨੇਰਾ ਮਿਟ ਗਿਆ। ਦੁੱਖ ਅੰਧੇਰਾ ਘਰ ਤੇ ਮਿਟਿਓ, ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ। ਗੁਰਾਂ ਨੇ ਐਸਾ ਗਿਆਨ ਦ੍ਰਿੜ ਕਰਵਾਇਆ, ਅੰਦਰ ਗਿਆਨ ਦਾ ਦੀਪਕ ਬਲ ਗਿਆ, ਅੰਦਰ ਚਾਨਣ ਹੋ ਗਿਆ। ਗੁਰੂ ਸਾਹਿਬ ਜੀਆਂ ਦੀ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ। ਤੇ ਸਾਧ ਸੰਗਤ, ਗੁਰੂ ਤੋਂ ਬਗੈਰ ਗਿਆਨ ਦਾ ਦੀਪਕ ਨਹੀਂ ਜੇ ਬਲਦਾ। ਗੁਰਾਂ ਤੋਂ ਬਗੈਰ ਗਿਆਨ ਦਾ ਦੀਪਕ ਅੰਦਰ ਪ੍ਰਕਾਸ਼ ਹੋਣਾ ਬਹੁਤ ਮੁਸ਼ਕਲ ਹੈ, ਕਿਉਂਕਿ ਗੁਰੂ ਤੋਂ ਬਗੈਰ ਤੇ ਗਿਆਨ ਹੁੰਦਾ ਹੀ ਨਹੀਂ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਬਚਨ ਹੈ ਨਾ,
ਦਾਤਾਰ ਕਹਿੰਦੇ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਹੁਣ ਗੁਰੂ ਤੋਂ ਬਗੈਰ ਅੰਦਰ ਗਿਆਨ ਦਾ ਦੀਪਕ ਕੌਣ ਬਾਲੇਗਾ? ਗੁਰੂ ਹੀ ਐਸੀ ਕਿਰਪਾ ਕਰਦੇ ਨੇ, ਮਿਹਰ ਕਰਦੇ ਨੇ ਕਿ ਇਸ ਜੀਵ ਦੇ ਅੰਦਰ, ਇਹਦੇ ਹਿਰਦੇ ਦੇ ਵਿੱਚ ਗਿਆਨ ਦਾ ਦੀਪਕ ਬਾਲ ਦਿੰਦੇ ਨੇ। ਤੇ ਵੇਖੋ ਉਹ ਗਿਆਨ ਦਾ ਦੀਪਕ ਜਦੋਂ ਅੰਦਰ ਬਲਦਾ, ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ, ਹਜ਼ੂਰ ਕਹਿੰਦੇ ਹਰੇਕ ਬੰਦਾ ਚਾਹੁੰਦਾ ਹੈ ਵੀ ਹਨੇਰੇ ਥਾਂ ਤੇ ਦੀਵਾ ਜਗੇ, ਅੰਧਿਆਰੇ ਦੀਪਕ ਚਾਹੀਏ। ਹਨੇਰੇ ਦੇ ਵਿੱਚ ਤਾਂ ਦੀਵਾ ਚਾਹੀਦਾ ਹੈ, ਇੱਕ ਬਸਤੇ ਅਗੋਚਰ ਲਹੀਏ। ਤੇ ਜੇ ਅੰਦਰ ਗਿਆਨ ਦਾ ਪ੍ਰਕਾਸ਼ ਦਾ ਦੀਵਾ ਜਗੇਗਾ ਤਾਂ ਹੀ ਉਹ ਪਾਰ ਬ੍ਰਹਮ ਪਰਮੇਸ਼ਵਰ ਜੋ ਅਨੂਪਮ ਵਸਤੂ ਹੈ ਉਹ ਪ੍ਰਾਪਤ ਹੋਵੇਗੀ। ਜੋ ਵਸਤ ਅਗੋਚਰ ਹੈ, ਅਗੋਚਰ ਵਸਤ ਦੀ ਪ੍ਰਾਪਤੀ ਤਾਂ ਹੀ ਹੋਵੇਗੀ, ਉਸ ਗਿਆਨ ਦੇ ਸੋਮੇ ਦੀ ਪ੍ਰਾਪਤੀ ਤਾਂ ਹੀ ਹੋਵੇਗੀ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਏ। ਗੁਰੂ ਦਾ ਤੇ ਅਰਥ ਇਹ ਹੈ ਜਿਹੜਾ ਹਨੇਰੇ ਦੇ ਵਿੱਚੋਂ ਪ੍ਰਕਾਸ਼ ਦੇ ਵਿੱਚ ਲੈ ਜਾਂਦਾ ਹੈ। ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਜੋ ਸੂਰਜ ਪ੍ਰਕਾਸ਼ ਅੰਦਰ ਗੁਰਾਂ ਦੇ ਅਰਥ ਕੀਤੇ, ਗੁਰੂ ਲਫ਼ਜ਼ ਦੇ ਅਰਥ ਕੀਤੇ, ਉਹਨਾਂ ਨੇ ਇਹੋ ਹੀ ਆਖਿਆ, ਕਹਿੰਦੇ ਗੋ ਨਾਮ ਹਨੇਰੇ ਦਾ ਤੇ ਰੂ ਨਾਮ ਪ੍ਰਕਾਸ਼ ਦਾ। ਗੋ ਕਹਿੰਦੇ ਹਨੇਰੇ ਨੂੰ ਤੇ ਰੂ ਕਹਿੰਦੇ ਪ੍ਰਕਾਸ਼ ਨੂੰ। ਕਹਿੰਦੇ ਜਿਹੜਾ ਹਨੇਰੇ ਦੇ ਵਿੱਚੋਂ ਪ੍ਰਕਾਸ਼ ਦੇ ਵਿੱਚ ਲੈ ਜਾਂਦਾ ਹੈ ਉਹ ਗੁਰੂ ਹੈ। ਜਿਹੜਾ ਹਨੇਰੇ ਦੇ ਵਿੱਚੋਂ ਕੱਢ ਕੇ ਪ੍ਰਕਾਸ਼ ਦੇ ਵਿੱਚ ਲੈ ਗਿਆ, ਉਜਾਲੇ ਦੇ ਵਿੱਚ ਲੈ ਗਿਆ, ਚਾਨਣ ਦੇ ਵਿੱਚ ਲੈ ਗਿਆ, ਉਹ ਗੁਰੂ ਹੈ। ਤੇ ਜਦੋਂ ਗੁਰੂ ਸਾਹਿਬ ਐਸੀ ਕਿਰਪਾ ਕਰਦੇ ਨੇ ਕਿ ਇਸ ਮਨੁੱਖ ਨੂੰ ਹਨੇਰੇ ਦੇ ਵਿੱਚੋਂ ਕੱਢ ਕੇ ਪ੍ਰਕਾਸ਼ ਦੇ ਵੱਲ ਲੈ ਜਾਂਦੇ ਨੇ, ਤੇ ਫਿਰ ਇੱਕ ਐਸੀ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ, ਉਹ ਇੱਕ ਐਸੀ ਵਿਸਮਾਦੀ ਅਵਸਥਾ ਪ੍ਰਾਪਤ ਹੁੰਦੀ ਹੈ ਜਿੱਥੇ ਮੁਖ ਦੀ ਰਸਨਾ ਤੋਂ ਨਿਕਲਦਾ ਹੈ ਵਾਹ। ਤੇ ਫਿਰ ਉਹ ਵਾਹ ਜਿਹੜਾ ਹੈ ਉਹ ਲਫ਼ਜ਼ੀ ਵਾਹ ਨਹੀਂ ਹੈ, ਉਹ ਵਾਹ ਜੋ ਨਿਕਲਦਾ ਹੈ ਉਹ ਲਫ਼ਜ਼ਾਂ ਦੇ ਉਹਦੇ ਨਾਲ ਸੰਬੰਧ ਨਹੀਂ ਹੈ, ਅੱਖਰਾਂ ਨਾਲ ਸੰਬੰਧ ਨਹੀਂ ਹੈ, ਉਹ ਇੱਕ ਅਵਸਥਾ ਹੈ। ਉਹ ਐਸੀ ਅਵਸਥਾ ਜਦੋਂ ਸੱਚਮੁੱਚ ਸੰਸਾਰ ਦੇ ਹਨੇਰੇ ਤੋਂ ਨਿਕਲ ਕੇ ਇਹ ਜੀਵ ਅਕਾਲ ਪੁਰਖ ਵਾਹਿਗੁਰੂ ਰੂਪੀ ਪ੍ਰਕਾਸ਼ ਦੇ ਵਿੱਚ ਸਮਾ ਜਾਂਦਾ ਹੈ, ਉਸ ਅਵਸਥਾ ਦੇ ਵਿੱਚ ਜਾ ਕੇ ਉਹ ਜੋ ਲਫ਼ਜ਼ ਹੈ ਵਾਹਿਗੁਰੂ, ਉਹ ਸ਼ਬਦ ਹੈ ਜੋ ਵਾਹਿਗੁਰੂ ਵਾਹਿਗੁਰੂ, ਗੁਰੂ ਨਾਮ ਜੋ ਹਨੇਰੇ ਤੋਂ ਪ੍ਰਕਾਸ਼ ਦੇ ਵਿੱਚ ਲੈ ਜਾਂਦਾ। ਤਾਂ ਪਾਤਸ਼ਾਹ ਕਹਿੰਦੇ ਕਿ ਗੁਰੂ ਤੇ ਐਸੇ ਦੀਪਕ ਨੇ ਜਿਨ੍ਹਾਂ ਨੇ ਅੰਦਰ ਚਾਨਣ ਕਰ ਦਿੱਤਾ, ਇਸ ਹਨੇਰੇ ਮਨ ਨੂੰ ਰੁਸ਼ਨਾ ਦਿੱਤਾ। ਗੁਰ ਗਿਆਨ ਦੀਪਕ ਉਜਿਆਰਾ, ਗੁਰਾਂ ਦਾ ਬਖਸ਼ਿਆ ਹੋਇਆ ਗਿਆਨ ਐਸਾ ਦੀਪਕ ਹੈ। ਭੱਟਾਂ ਨੇ ਆਪਣੇ ਸਵਈਆਂ ਦੇ ਵਿੱਚ ਵੀ ਇੱਕ ਵਚਨ ਕੀਤਾ ਹੈ, ਉਹ ਕਹਿੰਦੇ ਵੇਖ ਪਿਆਰਿਆ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਇਸ ਜਗਤ ਦੇ ਵਿੱਚ ਆਏ। ਜਦੋਂ ਜਗਤ ਦੇ ਵਿੱਚ ਆਏ ਤੇ ਸਾਰੇ ਪਾਸੇ ਹਨੇਰਾ ਹੀ ਹਨੇਰਾ ਸੀ। ਹਨੇਰਾ ਕੈਸਾ? ਕਹਿੰਦੇ ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡ ਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ ਆਂਧੇਰਾ ਰਾਹੋ ਨਾ ਕੋਈ। ਮਹਾਰਾਜ ਜੀਆਂ ਦੀ ਪਾਵਨ ਬਾਣੀ ਦਾ ਬਚਨ ਕਿ ਹਨੇਰਾ ਹੀ ਸੀ। ਤੇ ਇਹੋ ਜਿਹੇ ਹਨੇਰੇ ਸਮੇਂ ਦੇ ਵਿੱਚ ਸਤਿਗੁਰੂ ਜੀ ਪ੍ਰਗਟ ਹੋਏ। ਭੱਟ ਸਾਹਿਬਾਂ ਦਾ ਬਚਨ ਹੈ, ਉਹ ਕਹਿਣ ਲੱਗੇ ਕਿ ਇਹੋ ਜਿਹੇ ਹਨੇਰੇ ਸਮੇਂ ਅੰਦਰ ਗੁਰੂ ਸਾਹਿਬ ਪ੍ਰਗਟ ਹੋਏ, ਗੁਰੂ ਨਾਨਕ ਸਾਹਿਬ ਮਹਾਰਾਜ। ਉਹ ਵੇਦਾਂ ਹੀ ਸੀ ਜਿਵੇਂ ਹਨੇਰੇ ਦੇ ਵਿੱਚ ਦੀਪਕ ਜਗਾ ਦਿੱਤਾ, ਗੁਰੂ ਸਾਹਿਬ ਇਦਾਂ ਹੀ ਪ੍ਰਗਟ ਹੋਏ ਕਿ ਬਲਿਓ ਚਰਾਗ ਅੰਧਿਆਰ ਮਹਿ, ਜਿਵੇਂ ਹਨੇਰੇ ਦੇ ਵਿੱਚ ਦੀਪਕ ਜਗ ਪਿਆ, ਦੀਵਾ ਜਗ ਪਿਆ। ਬਲਿਓ ਚਰਾਗ ਅੰਧਿਆਰ ਮਹਿ, ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਭਈ ਸਭ ਲੋ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਤਾਂ ਵੈਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਉਹਨਾਂ ਨੇ ਆ ਕੇ ਜਗਤ ਦੇ ਵਿੱਚ ਗਿਆਨ ਦਾ ਚਾਨਣ ਵੰਡਿਆ। ਮਹਾਰਾਜ ਜੀਆਂ ਨੇ ਗੁਰ ਗਿਆਨ ਦਾ ਦੀਪਕ ਉਹਨਾਂ ਨੇ ਪ੍ਰਕਾਸ਼ਮਾਨ ਕਰ ਦਿੱਤਾ। ਐਸਾ ਮਹਾਰਾਜ ਜੀਆਂ ਨੇ ਉਹ ਦੀਪਕ ਗਿਆਨ ਦਾ ਦੀਪਕ ਵਾਲਿਆ ਕਿ ਸਾਰਿਆਂ ਦੇ ਅੰਦਰ ਚਾਨਣ ਹੀ ਚਾਨਣ ਸੱਚੇ ਪਾਤਸ਼ਾਹ ਜੀ ਨੇ ਫੈਲਾ ਦਿੱਤਾ। ਮਹਾਰਾਜ ਜੀਆਂ ਨੇ ਨੂਰ ਬਖਸ਼ਿਆ, ਚਾਨਣ ਬਖਸ਼ਿਆ, ਸਤਿਗੁਰਾਂ ਨੇ ਰੌਸ਼ਨ ਕਰ ਦਿੱਤਾ ਸਭ ਨੂੰ। ਤੇ ਫਿਰ ਇਹੋ ਜਿਹੇ ਗੁਰਦੇਵ ਦੇ ਚਰਨਾਂ ਤੇ ਨਮਸਕਾਰ। ਭਾਈ ਗੁਰਦਾਸ ਸਾਹਿਬ ਜੀਆਂ ਦਾ ਬਚਨ ਹੈ ਨਾ, ਉਹ ਕਹਿੰਦੇ ਨਮਸਕਾਰ ਗੁਰਦੇਵ ਕਉ, ਸਤਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ।
ਕਿ ਭਵਜਲ ਦੇ ਵਿੱਚੋਂ ਕੱਢ ਕੇ ਮਹਾਰਾਜ ਜੀਆਂ ਨੇ ਇਹ ਸਾਰੇ ਸੰਸਾਰੀ ਜੀਵਾਂ ਨੂੰ ਗੁਰੂ ਸਾਹਿਬ ਨੇ ਕਿਰਪਾ ਕਰਕੇ ਭਵਜਲ ਤੋਂ ਕੱਢ ਕੇ ਮੁਕਤੀ ਦਾ ਪਦਾਰਥ ਬਖਸ਼ਿਆ। ਮਹਾਰਾਜ ਜੀਆਂ ਨੇ ਮੋਕਸ਼ ਬਖਸ਼ੀ, ਪਰਮੇਸ਼ਰ ਦੇ ਨਾਲ ਜੁੜਨ ਦਾ ਉਦਮ ਉਪਰਾਲਾ ਬਖਸ਼ਿਆ। ਐਸੀ ਕਿਰਪਾ ਕੀਤੀ ਕਿ ਜਿਨ੍ਹਾਂ ਦਾ ਨਾਮ ਦਾ ਹੀ ਸੱਜਣ ਸੀ, ਸੱਚਮੁੱਚ ਸੱਜਣ ਕਰ ਦਿੱਤੇ। ਜਿਹੜੇ ਨੂਰ ਸ਼ਾਹ ਵਰਗੇ ਝੂਠਾ ਹੀ ਨੂਰ ਸ਼ਾਹ ਰੱਖੀ ਫਿਰਦੇ ਸਨ ਨਾਮ, ਉਹਨਾਂ ਨੂੰ ਸੱਚ ਦਾ ਨੂਰ ਬਖਸ਼ ਦਿੱਤਾ। ਐਸੇ ਗਿਆਨ ਦੇ ਦੀਪਕ ਮਹਾਰਾਜ ਜੀਆਂ ਨੇ ਜਗਾ ਦਿੱਤੇ, ਬਾਲ ਦਿੱਤੇ। ਗੁਰੂ ਸਾਹਿਬ ਜੀਆਂ ਨੇ ਹਨੇਰੇ ਨਾਸ਼ ਕਰ ਦਿੱਤੇ, ਸੱਚ ਦਾ ਚਾਨਣ ਸਭ ਦੇ ਅੰਦਰ ਫੈਲਾ ਦਿੱਤਾ। ਕਿਉਂਕਿ ਗੁਰੂ ਸਾਹਿਬ ਆਪ ਚਾਨਣ ਸਰੂਪ ਨੇ। ਤਾਂ ਮਹਾਰਾਜ ਜੀ ਕਹਿੰਦੇ ਕਿ ਗੁਰ ਗਿਆਨ ਦੀਪਕ ਉਜਿਆਰਿਆ, ਕਿ ਗੁਰੂ ਸਾਹਿਬ ਜੀ ਦਾ ਗਿਆਨ ਉਹ ਇੱਕ ਐਸਾ ਦੀਵਾ ਹੈ ਜਿਹਦੇ ਨਾਲ ਅੰਦਰ ਆਤਮਿਕ ਚਾਨਣ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਹੈ, ਜਿਹਦੇ ਨਾਲ ਅੰਤਰ ਆਤਮਿਕ ਚਾਨਣ ਦੀ ਪ੍ਰਾਪਤੀ ਹੋ ਜਾਂਦੀ ਹੈ। ਬਿਖ ਬਿਖਿਆ ਪਸਰੀ ਅਤ ਘਣੀ। ਬਿਖ ਕਹਿੰਦੇ ਨੇ ਜ਼ਹਿਰ ਨੂੰ, ਤੇ ਬਿਖਿਆ ਨਾਮ ਹੈ ਮਾਇਆ ਦਾ। ਕਹਿੰਦੇ ਇਹ ਮਾਇਆ ਰੂਪੀ ਜ਼ਹਿਰ ਬਹੁਤ ਜ਼ਿਆਦੀ ਸੰਸਾਰ ਦੇ ਵਿੱਚ ਪਸਰੀ ਪਈ ਹੈ, ਫੈਲੀ ਪਈ ਹੈ। ਇਹ ਮਾਇਆ ਰੂਪੀ ਜ਼ਹਿਰ ਸੰਸਾਰ ਦੇ ਵਿੱਚ ਬਹੁਤ ਪਸਰੀ ਹੋਈ ਹੈ। ਹਰ ਪਾਸੇ ਹੀ ਇਹ ਮਾਇਆ ਰੂਪੀ ਜ਼ਹਿਰ ਜਿਹੜੀ ਹੈ ਫੈਲੀ ਪਈ ਹੈ। ਕਿਸੇ ਨਾ ਕਿਸੇ ਢੰਗ ਦੇ ਵਿੱਚ, ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਮਾਇਆ ਦੀ ਜ਼ਹਿਰ ਜਿਹੜੀ ਹੈ ਇਸ ਨੇ ਆਪਣਾ ਪਸਾਰਾ ਕੀਤਾ ਹੋਇਆ ਹੈ। ਉਬਰੇ ਜਪ ਜਪ ਹਰ ਗੁਣੀ, ਤੇ ਉਹ ਲੋਕ ਬਚ ਗਏ। ਉਹਨਾਂ ਲੋਕਾਂ ਦਾ ਉਧਾਰ ਹੋ ਗਿਆ, ਉਹਨਾਂ ਲੋਕਾਂ ਦਾ ਉਧਾਰ ਹੋ ਗਿਆ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਏ। ਉਹ ਗੁਣੀ ਲੋਕ ਵੀ ਬਣ ਗਏ। ਪਾਤਸ਼ਾਹ ਕਹਿੰਦੇ ਗੁਣ ਇਹੋ ਹੀ ਹੈ, ਜੇ ਤੂੰ ਪਰਮੇਸ਼ਰ ਦਾ ਨਾਮ ਚੇਤੇ ਕਰਦਾ ਹੈ, ਜੇ ਰੱਬ ਜੀ ਦਾ ਨਾਮ ਭੁਲਾ ਦਿੱਤਾ, ਜਿੰਨੇ ਮਰਜ਼ੀ ਤੇਰੇ ਚ ਗੁਣ ਹੋਣ, ਉਹ ਸਾਰੇ ਗੁਣ ਮੰਨ ਲੈ ਵੀ ਜਿਵੇਂ ਕੋਈ ਚੀਜ਼ ਗਲ ਜਾਂਦੀ ਹੈ ਨਾ, ਗਲੀ ਹੋਈ ਚੀਜ਼ ਵਰਗੇ ਉਹ ਗੁਣ ਬਣ ਜਾਂਦੇ ਨੇ। ਪਾਤਸ਼ਾਹ ਕਹਿੰਦੇ ਹਰ ਬਿਸਰਤ ਤੇਰੇ ਗੁਣ ਗਲਿਆ। ਜੇ ਰੱਬ ਜੀ ਨੂੰ ਭੁਲਾ ਦਿੱਤਾ, ਜਿੰਨੇ ਮਰਜ਼ੀ ਗੁਣਾਂ ਦਾ ਮਾਲਕ ਹੋਵੇ, ਸਮਝ ਲੈ ਉਹ ਸਾਰੇ ਹੀ ਗਲ ਗਏ। ਕਿਉਂਕਿ ਗਰੀਬ ਨਵਾਜ ਕਹਿੰਦੇ ਨੇ ਨਾ ਕਿ ਮਿਰਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਜੇ ਵਾਹਿਗੁਰੂ ਨਾਲ ਪ੍ਰੀਤ ਨਹੀਂ। ਤੋ ਦਾਤਾਰ ਕਹਿੰਦੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਜਿਨ੍ਹਾਂ ਨੇ ਸਿਮਰਿਆ, ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਨੇ ਯਾਦ ਕੀਤਾ, ਉਹ ਇਸ ਫੈਲੀ ਹੋਈ ਮਾਇਆ ਦੀ ਜ਼ਹਿਰ ਦੇ ਵਿੱਚੋਂ ਬਚ ਗਏ। ਉਹਨਾਂ ਦਾ ਉਧਾਰ ਹੋ ਗਿਆ, ਪਾਰ ਉਤਾਰਾ ਹੋ ਗਿਆ। ਮਤਵਾਰੋ ਮਾਇਆ ਸੋਇਆ। ਮਤਵਾਰੋ ਹੁੰਦਾ ਮਤਵਾਲਾ ਹੋ ਕੇ। ਜਿਸ ਤਰ੍ਹਾਂ ਕੋਈ ਬੰਦਾ ਸ਼ਰਾਬ ਦੇ ਨਸ਼ੇ ਦੇ ਵਿੱਚ ਮਤਵਾਲਾ ਹੋ ਜਾਂਦਾ ਹੈ, ਮਤਵਾਰਾ ਹੋ ਜਾਂਦਾ ਹੈ। ਕਹਿੰਦੇ ਜੀਵ ਜਿਹੜਾ ਇਹ ਮਾਇਆ ਦੇ ਨਸ਼ੇ ਦੇ ਵਿੱਚ ਮਤਵਾਲਾ ਹੋਇਆ ਪਿਆ। ਵੇਖੋ ਕਿਸੇ ਨੇ ਬੜਾ ਸੁੰਦਰ ਆਖਿਆ, ਕਨਕ ਨਾਮ ਸੋਨੇ ਦਾ ਵੀ ਹੈ ਤੇ ਕਨਕ ਨਾਮ ਧਤੂਰੇ ਦਾ ਵੀ ਹੈ। ਉਹ ਕਹਿੰਦੇ ਵੀ ਵੇਖੋ ਇੱਕ ਕਨਕ ਚੜ੍ਹਦਾ ਹੈ, ਧਤੂਰਾ ਚੜ੍ਹਦਾ ਹੈ, ਤੇ ਮਨੁੱਖ ਨੂੰ ਤਨ ਦੇ ਤੌਰ ਤੇ ਉਹ ਬੇਹੋਸ਼ ਕਰ ਦਿੰਦਾ ਹੈ, ਮਤਵਾਰਾ ਕਰ ਦਿੰਦਾ ਹੈ, ਮਦਮਸਤ ਕਰ ਦਿੰਦਾ ਹੈ। ਕਹਿੰਦੇ ਇੱਕ ਕਨਕ ਭਾਵ ਸੋਨਾ, ਭਾਵ ਮਾਇਆ ਦੀ ਜਦੋਂ ਉਹ ਨਸ਼ਾ ਚੜ੍ਹਦਾ ਹੈ, ਉਦੋਂ ਵੀ ਕਹਿੰਦੇ ਮਨੁੱਖ ਮਤਵਾਰਾ ਹੋ ਜਾਂਦਾ ਹੈ। ਉਦੋਂ ਮਨ ਕਰਕੇ ਮਤਵਾਰਾ ਹੋ ਜਾਂਦਾ ਹੈ, ਮਤਵਾਲਾ ਹੋ ਜਾਂਦਾ ਹੈ ਮਾਇਆ ਦੀ ਜ਼ਹਿਰ ਦੇ ਅੰਦਰ। ਤੋ ਮਤਵਾਰੋ ਮਾਇਆ ਸੋਇਆ। ਮਹਾਰਾਜ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਮਤਵਾਲਾ ਹੋਇਆ ਪਿਆ ਇਹ ਜੀਵ ਮਾਨੋ ਸੁੱਤਾ ਪਿਆ ਹੈ, ਇਹਨੂੰ ਹੋਸ਼ ਹੀ ਕੋਈ ਨਹੀਂ, ਐਸਾ ਇਹ ਸੁੱਤਾ ਪਿਆ ਹੈ। ਗੁਰ ਭੇਟਤ ਭ੍ਰਮ ਭਉ ਖੋਇਆ। ਤੇ ਇਸ ਮਤਵਾਲੇ ਹੋਏ ਮਨੁੱਖ ਨੂੰ, ਮਾਇਆ ਦੇ ਵਿੱਚ ਮੱਤੇ ਹੋਏ ਮਨੁੱਖ ਨੂੰ, ਸੁੱਤੇ ਪਏ ਮਨੁੱਖ ਨੂੰ ਗੁਰੂ ਸਾਹਿਬ ਜੇ ਪ੍ਰਾਪਤ ਹੋ ਜਾਣ, ਗੁਰੂ ਸਾਹਿਬ ਦੀ ਪ੍ਰਾਪਤੀ ਹੋ ਜਾਵੇ, ਸਤਿਗੁਰੂ ਜੀ ਮਿਲ ਜਾਣ। ਕਹਿੰਦੇ ਫਿਰ ਜਿਨ੍ਹਾਂ ਨੂੰ ਗੁਰੂ ਸਾਹਿਬ ਮਿਲ ਗਏ ਉਹਨਾਂ ਦੇ ਭਰਮ ਨਾਸ ਹੋ ਗਏ, ਉਹਨਾਂ ਦਾ ਭਉ ਮਿਟ ਗਿਆ। ਉਹਨਾਂ ਦਾ ਭਉ ਤੇ ਭਰਮ ਇਹ ਸਾਰਾ ਹੀ ਗਵਾਚ ਗਿਆ। ਜਿਨ੍ਹਾਂ ਨੂੰ ਗੁਰੂ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਉਪਦੇਸ਼ ਪ੍ਰਾਪਤ ਹੋ ਗਏ, ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਸੰਗ ਪ੍ਰਾਪਤ ਹੋ ਗਿਆ। ਗੁਰ ਭੇਟਤ ਭ੍ਰਮ ਭਉ ਖੋਇਆ। ਗੁਰੂ ਸਾਹਿਬ ਨੂੰ ਮਿਲਿਆ ਇਹ ਮਨੁੱਖ ਮਾਇਆ ਦੀ ਇਹ ਜੋ ਭਟਕਣਾ ਹੈ ਇਹਦੇ ਤੋਂ ਰਹਿਤ ਹੋ ਜਾਂਦਾ ਹੈ। ਗੁਰੂ ਸਾਹਿਬ ਨੂੰ ਮਿਲਿਆ ਸੰਸਾਰ ਦਾ ਜੋ ਸਹਿਮ ਹੈ, ਡਰ ਹੈ, ਇਹ ਦੂਰ ਹੋ ਜਾਂਦਾ ਹੈ। ਗੁਰ ਭੇਟਤ ਭ੍ਰਮ ਭਉ ਖੋਇਆ। ਗੁਰਾਂ ਨੂੰ ਮਿਲਿਆ ਭਰਮ ਵੀ ਦੂਰ ਹੋ ਗਏ। ਜਿਹੜੀ ਇਸ ਮਨ ਦੇ ਅੰਦਰ ਇੱਕ ਭਟਕਣਾ ਲੱਗੀ ਹੋਈ ਸੀ, ਗੁਰਾਂ ਦੀ ਪ੍ਰਾਪਤੀ ਹੋਇਆ ਉਹ ਭਟਕਣਾ ਤੋਂ ਵੀ ਜੀਵ ਰਹਿਤ ਹੋ ਗਿਆ।
ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਬਚਨ ਹੈ ਨਾ। ਮਹਾਰਾਜ ਕਹਿੰਦੇ ਕਿ ਵੇਖ ਪਿਆਰਿਆ, ਬਹੁਤ ਜਨਮਾਂ ਤੋਂ ਭਰਮਦਾ ਹੋਇਆ, ਭਟਕਦਾ ਹੋਇਆ ਇਹ ਜੀਵ ਆਉਂਦਾ ਹੈ, ਤੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਇਹਦਾ ਭਟਕਦਾ ਹੋਇਆ ਮਨ ਜਿਹੜਾ ਹੈ ਉਹ ਸ਼ਾਂਤ ਹੁੰਦਾ ਹੈ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਤੇ ਤਾਂ ਹੀ ਮਹਾਰਾਜ ਜੀ ਪਾਵਨ ਬਾਣੀ ਅੰਦਰ ਵੀ ਬਚਨ ਕਰਦੇ ਨੇ। ਹਜ਼ੂਰ ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਉਹ ਭਟਕਣਾ ਖਤਮ ਹੋ ਜਾਂਦੀ ਹੈ ਜਦੋਂ ਗੁਰੂ ਸਾਹਿਬ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਪਰਮੇਸ਼ਰ ਦਾ ਦੀਦਾਰ ਕਰਵਾ ਦਿੰਦੇ ਨੇ ਤੇ ਇਹ ਮਾਇਆ ਦੀ ਭਟਕਣਾ, ਮਾਇਆ ਦਾ ਜੋ ਭਰਮ ਹੈ ਇਹ ਦੂਰ ਹੋ ਜਾਂਦਾ ਹੈ। ਤੋ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਭੇਟਤ ਭ੍ਰਮ ਭਉ ਖੋਇਆ। ਗੁਰੂ ਐਸਾ ਸੁਰਮਾ ਬਖਸ਼ ਦਿੰਦੇ ਨੇ ਨਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਤੋ ਐਸੀ ਮਹਾਰਾਜ ਜੀ ਕਿਰਪਾ ਕਰ ਦਿੰਦੇ ਨੇ, ਐਸੀ ਬਖਸ਼ਿਸ਼ ਕਰ ਦਿੰਦੇ ਨੇ ਕਿ ਮਨ ਅੰਦਰ ਪ੍ਰਗਾਸ ਹੋ ਜਾਂਦਾ ਹੈ, ਚਾਨਣ ਹੋ ਜਾਂਦਾ ਹੈ। ਕਿਉਂਕਿ ਸੱਚੇ ਪਾਤਸ਼ਾਹ ਅੱਜ ਫਰਮਾ ਰਹੇ ਨੇ ਨਾ, ਮਹਾਰਾਜ ਕਹਿੰਦੇ ਗੁਰੂ ਅੰਦਰ ਗਿਆਨ ਦਾ ਦੀਪਕ ਬਾਲ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰ ਹਜ਼ੂਰ ਬੈਠੇ ਸਨ ਕਿਸੇ ਜਗ੍ਹਾ ਦੇ ਉੱਪਰ, ਤੇ ਉੱਥੇ ਇੱਕ ਵਪਾਰੀ ਆਇਆ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਤੁਰ ਫਿਰ ਕੇ ਸਮਾਨ ਵੇਚਦਾ ਸੀ। ਭਾਈ ਮਰਦਾਨਾ ਜੀ ਕੋਲ ਬੈਠੇ ਨੇ। ਮਹਾਰਾਜ ਜੀ ਉਸ ਨੂੰ ਸਹਿਜ ਸੁਭਾਅ ਪੁੱਛਣ ਲੱਗ ਪਏ। ਕਹਿਣ ਲੱਗੇ, ਭਲਿਆ ਕੀ ਕਰਦਾ? ਕਹਿੰਦਾ, ਮਹਾਰਾਜ ਮੈਂ ਆਹ ਚੀਜ਼ਾਂ ਜਿਹੜੀਆਂ ਵੇਚਦਾ, ਵਪਾਰ ਕਰਦਾ ਇਹਨਾਂ ਦਾ। ਕਹਿੰਦੇ ਕੀ ਕੀ ਹੈ ਤੇਰੇ ਕੋਲੇ? ਉਹ ਕਹਿੰਦਾ ਜੀ ਆਹ ਲੂਣ ਹੈ, ਆਹ ਸਾਬਣ ਹੈ, ਆਹ ਤੇਲ ਹੈ, ਜਾਂ ਇਹ ਗੁੜ ਹੈ, ਖੰਡ ਹੈ, ਆਦਿ ਕੋਈ ਚੀਜ਼ਾਂ ਦੱਸ ਦਿੱਤੀਆਂ। ਪਾਤਸ਼ਾਹ ਕਹਿੰਦੇ ਕਿਵੇਂ ਦੇਣਾ ਹੁੰਦਾ? ਕਹਿੰਦਾ ਜੀ ਤੋਲ ਕੇ। ਮਹਾਰਾਜ ਕਹਿੰਦੇ ਤੋਲਦਾ ਕਾਹਦੇ ਨਾਲ? ਕਹਿੰਦਾ ਜੀ ਵੱਟਿਆਂ ਦੇ ਨਾਲ। ਪਾਤਸ਼ਾਹ ਕਹਿੰਦੇ ਵੱਟੇ ਵਿਖਾ। ਜਦੋਂ ਉਸਨੇ ਵੱਟੇ ਬਾਹਰ ਕੱਢੇ, ਪਾਤਸ਼ਾਹ ਕਹਿੰਦੇ ਇਹ ਵੱਟਾ ਕਿਹੜਾ? ਕਹਿੰਦਾ ਜੀ ਇਹ ਵੱਟਾ ਕਿਲੋ ਦਾ, ਜਿਹਨੂੰ ਸ਼ੇਰ ਦਾ ਵੱਟਾ ਆਖਣ ਲੱਗਾ ਜੀ ਇਹ ਸ਼ੇਰ ਦਾ। ਮਹਾਰਾਜ ਕਹਿੰਦੇ ਅੱਛਾ ਆਹ ਵੱਟਾ? ਕਹਿੰਦੇ ਜੀ ਇਹ ਪਸੇਰ ਦਾ, 5 ਸ਼ੇਰ ਦਾ। ਕਹਿੰਦੇ ਆਹ ਵੱਟਾ? ਕਹਿੰਦੇ ਇਹ ਅੱਧ ਸ਼ੇਰ ਦਾ। ਤੇ ਸਾਰਿਆਂ ਤੋਂ ਪਾਸੇ ਇੱਕ ਛੋਟਾ ਜਿਹਾ ਵੱਟਾ ਪਿਆ ਸੀ। ਮਹਾਰਾਜ ਕਹਿੰਦੇ ਆਹ ਕਿਹੜਾ? ਕਹਿੰਦੇ ਜੀ ਇਹ ਵੱਟਾ ਪਾਈਏ ਦਾ। ਮਹਾਰਾਜ ਜੀ ਨੇ ਵੱਟਾ ਫੜਿਆ, ਸਤਿਗੁਰੂ ਵੇਖ ਕੇ ਕਹਿਣ ਲੱਗੇ, ਕਹਿੰਦੇ ਧੰਨ ਹੈ ਇਹ ਪਾਈਏ ਦਾ ਵੱਟਾ, ਜਿਨੇ ਆਪਣੇ ਆਪ ਨੂੰ ਛੋਟਾ ਅਖਵਾਇਆ ਹੈ। ਤੇ ਇਹ ਬਚਨ ਮਹਾਰਾਜ ਜੀ ਦਾ ਹੋਇਆ ਤੇ ਉਸ ਵਪਾਰੀ ਨੂੰ ਗਿਆਨ ਹੋ ਗਿਆ, ਉਹਦੇ ਅੰਦਰ ਦੀਪਕ ਬਲ ਗਿਆ, ਗਿਆਨ ਦਾ ਚਾਨਣ ਹੋ ਗਿਆ। ਤੇ ਭਾਈ ਮਰਦਾਨਾ ਜੀ ਨੇ ਪੁੱਛਿਆ, ਮਹਾਰਾਜ ਇਹਦੇ ਤੇ ਐਡੀ ਛੇਤੀ ਕਿਰਪਾ ਕਿਵੇਂ ਹੋ ਗਈ? ਗਰੀਬ ਨਵਾਜ ਕਹਿਣ ਲੱਗੇ, ਕਹਿੰਦੇ ਭਾਈ ਇਹਦੇ ਕੋਲ ਦੀਵਾ ਵੀ ਸੀ, ਤੇਲ ਵੀ ਸੀ, ਉਹਦੇ ਵਿੱਚ ਬੱਤੀ ਵੀ ਪਈ ਹੋਈ ਸੀ। ਸਿਰਫ ਇੱਕ ਅਸੀਂ ਥੋੜਾ ਜਿਹਾ ਪ੍ਰਕਾਸ਼ ਇਹਦੇ ਨਾਲ ਸੁਹਾ ਦਿੱਤਾ ਤੇ ਇਹਦੇ ਅੰਦਰ ਪਰਮੇਸ਼ਰ ਦੇ ਨਾਮ ਦੇ ਗਿਆਨ ਦਾ ਜੋ ਚਾਨਣ ਸੀ, ਉਹ ਦੀਪਕ ਜਿਹੜਾ ਸੀ ਉਹ ਬਲ ਉੱਠਿਆ, ਉਹ ਜਗ ਉੱਠਿਆ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰ ਭੇਟਤ ਭ੍ਰਮ ਭਉ ਖੋਇਆ। ਗੁਰਾਂ ਨੂੰ ਮਿਲਦਿਆਂ ਐਸੀ ਰਹਿਮਤ ਪ੍ਰਾਪਤ ਹੁੰਦੀ ਹੈ। ਕਾਹੋ ਨਾਨਕ ਏਕ ਤੇ ਆਇਆ, ਘਟ ਘਟ ਨਦਰੀ ਆਇਆ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰਦੇ ਨੇ। ਕਹਿੰਦੇ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਇਆ ਹੈ, ਜਿਨ੍ਹਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਨੇ। ਕਹਿੰਦੇ ਘਟ ਘਟ ਨਦਰੀ ਆਇਆ, ਕਿ ਉਹਨਾਂ ਨੂੰ ਹਰ ਪਾਸੇ ਚਾਰ ਚੁਫੇਰੇ, ਹਰੇਕ ਸਰੀਰ ਦੇ ਅੰਦਰ, ਹਰੇਕ ਮਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਦੀਦਾਰ ਹੋ ਗਿਆ, ਦਰਸ਼ਨ ਹੋ ਗਿਆ। ਸੱਚੇ ਪਾਤਸ਼ਾਹ ਕਹਿੰਦੇ ਐਸੀ ਕਿਰਪਾ ਹੋ ਗਈ ਉਹਨਾਂ ਤੇ ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਰ ਦੇ ਇੱਕ ਨਾਮ ਨੂੰ ਸਿਮਰਿਆ। ਤੋ ਗੁਰੂ ਕੀ ਸਵਾਰਿਓ, ਸਤਿਗੁਰੂ ਸੱਚੇ ਸਾਹਿਬ ਜੀ ਆਪਣੀ ਅਪਰੰਪਾਰ ਕਿਰਪਾ ਦੇ ਦੁਆਰਾ ਇਸ ਪਾਵਨ ਸ਼ਬਦ ਦੇ ਵਿੱਚ ਇਹ ਬਰਕਤ ਸਾਨੂੰ ਬਖਸ਼ਦੇ ਨੇ। ਕਹਿੰਦੇ ਭਲਿਆ ਵਾਹਿਗੁਰੂ ਜੀ ਦਾ ਨਾਮ ਇਹ ਸਹਾਰਾ ਹੈ। ਗੁਰੂ ਬੋਹਿਤ ਨੇ ਇਸ ਸੰਸਾਰ ਰੂਪੀ ਸਾਗਰ ਤੋਂ ਤਾਰਨ ਵਾਸਤੇ ਜਹਾਜ਼ ਨੇ। ਗੁਰਾਂ ਦਾ ਗਿਆਨ ਐਸਾ ਦੀਪਕ ਹੈ ਜਿਹੜਾ ਕਲਯੁਗ ਦੀ ਕਾਲਖ ਨੂੰ, ਇਹਨਾਂ ਕਲੇਸ਼ਾਂ ਨੂੰ ਅੰਦਰੋਂ ਨਾਸ ਕਰਕੇ ਪ੍ਰਕਾਸ਼ ਦਾ, ਚਾਨਣ ਦਾ ਅੰਦਰ ਮੁਨਾਰਾ ਬਣ ਜਾਂਦਾ ਹੈ। ਗੁਰਾਂ ਦੇ ਨਾਲ ਮਿਲਾਪ ਕੀਤਿਆਂ ਸਾਰੇ ਭਰਮ ਭੈ ਮਿਟ ਜਾਂਦੇ ਨੇ। ਜਿਨ੍ਹਾਂ ਇੱਕ ਨੂੰ ਧਿਆਇਆ ਹੈ ਉਹਨਾਂ ਨੂੰ ਹਰ ਪਾਸੇ ਇੱਕ ਅਕਾਲ ਪੁਰਖ ਵਾਹਿਗੁਰੂ ਨਜ਼ਰੀ ਆਉਂਦਾ ਹੈ। ਸੋ ਇਤਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬ ਜੀ ਕਿਰਪਾ ਕਰਨ। ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਕੇ ਦਰੋਂ ਘਰੋਂ ਗੁਰਸਿੱਖੀ ਜੀਵਨ, ਨਜ਼ਰੇ ਰਹਿਮਤ, ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਮਹਾਰਾਜ ਜੀ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰਨ। ਸੋ ਪ੍ਰੇਮ ਸਹਿਤ ਆਪ ਸਾਰੀਆਂ ਸੰਗਤਾਂ ਨੇ ਮਹਾਰਾਜ ਜੀਆਂ ਦੇ ਪਾਵਨ ਸ਼ਬਦ ਦੀ ਵਿਚਾਰ ਸ਼ਰਵਣ ਕੀਤੀ ਹੈ।
ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਦੀ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ ਸਤਿਗੁਰੂ ਜੀ ਦੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦੇ ਨਾਲ ਆਪਾਂ ਸਾਰੇ ਜੁੜੀਏ ਜੀ। ਕਾਹੋ ਨਾਨਕ ਏਕ ਧਿਆਇਆ, ਘਟ ਘਟ ਨਦਰੀ ਆਇਆ। ਕਾਹੋ ਨਾਨਕ ਏਕ ਧਿਆਇਆ, ਘਟ ਘਟ ਨਦਰੀ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ